फतेह। ਅੱਜ ਦੀ ਗੁਰਮਤਿ ਕਲਾਸ ਵਿੱਚ ਹਾਜ਼ਰੀ ਭਰਨ ਵਾਲੇ ਵੀਰਾਂ ਭੈਣਾਂ ਸਭ ਨੂੰ ਜੀ ਆਇਆਂ ਆਖਦੇ ਹਾਂ। ਵੀਰ ਰਣਜੀਤ ਸਿੰਘ ਜੀ ਸਾਡੇ ਨਾਲ ਹਰ ਸੋਮਵਾਰ ਗੁਰਬਾਣੀ ਵਿੱਚ ਆਏ ਸੰਕੇਤਕ ਸ਼ਬਦਾਂ ਦੀ ਵਿਆਖਿਆ ਕਰਦੇ ਆ ਰਹੇ ਹਨ। ਇਸ ਸੋਮਵਾਰ ਨੂੰ ਕਿਸੇ ਰਜੇਵੇਂ ਕਾਰਨ ਨੂੰ ਹਾਜ਼ਰੀ ਨਹੀਂ ਭਰ ਸਕੇ ਤਾਂ ਉਸ ਦੀ ਕਲਾਸ ਦੇ ਬਦਲੇ ਅੱਜ ਆਪਣਾ ਵਿਸ਼ਾ ਨਿਭਾਉਣਗੇ। ਉਹਨਾਂ ਨੂੰ ਬੇਨਤੀ ਹੈ ਕਿ ਅੱਜ ਦੀ ਵਿਚਾਰ ਆਰੰਭ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਸਵਾਰਿਓ, ਸਿੱਖ ਕੋਸ਼ਾਂ ਵਿੱਚ ਜਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵਰਤੇ ਗਏ ਕੁਝ ਐਸੇ ਸ਼ਬਦ ਹਨ ਜਿਹੜੀਆਂ ਦੂਜੀਆਂ ਭਾਸ਼ਾ ਵਿੱਚੋਂ ਜਾਂ ਦੂਜੀਆਂ ਬੋਲੀਆਂ ਵਿੱਚੋਂ ਜਾਂ ਦੂਜੇ ਮਜ਼੍ਹਬਾਂ ਵਿੱਚੋਂ ਵੀ ਲਏ ਗਏ ਹਨ, ਔਰ ਕੁਝ ਐਸੇ ਸ਼ਬਦ ਹਨ ਜਿਨ੍ਹਾਂ ਦਾ ਸਮਝਣਾ ਸਾਨੂੰ ਥੋੜ੍ਹਾ ਜਿਹਾ ਕਠਿਨ ਹੁੰਦਾ ਹੈ, ਜਾਂ ਇਹ ਕਹਿ ਲਈਏ ਕਿ ਸ਼ਬਦ ਕਿਉਂ ਇਸਤੇਮਾਲ ਹੋਏ, ਉਹਨਾਂ ਦੇ ਭਾਵ ਕੀ ਹਨ, ਉਹਨਾਂ ਦੇ ਵਿਚਾਰ ਕੀ ਹਨ। ਅੱਜ ਅਸੀਂ ਉਹ ਲੜੀ ਨੂੰ ਅੱਗੇ ਤੋਰਾਂਗੇ। ਸੰਕੇਤਕ ਸ਼ਬਦਾਵਲੀ, ਸੰਕੇਤ ਕੋਸ਼ ਤੇ ਗੁਰੂ ਗ੍ਰੰਥ ਸੰਕਲਪ ਕੋਸ਼ ਤੇ ਪੰਜਾਬੀ ਯੂਨੀਵਰਸਿਟੀ ਵੱਲੋਂ ਛਪਿਆ ਹੋਇਆ ਕੋਸ਼, ਪੰਜਾਬੀ ਕੋਸ਼, ਇਹ ਕੁਝ ਕਿਤਾਬਾਂ ਹਨ ਜਿਨ੍ਹਾਂ ਤੋਂ ਸੇਧ ਲੈ ਕੇ ਆਪ ਜੀ ਦੇ ਨਾਲ ਵਿਚਾਰ ਸਾਂਝੀ ਕਰ ਰਿਹਾ ਹਾਂ। ਅੱਜ ਅਸੀਂ ਅਗਲੀ ਵਿਚਾਰ ਕਰਨ ਤੋਂ ਪਹਿਲਾਂ ਪਿਛਲੇ ਹਫ਼ਤੇ ਅਸੀਂ ਵਿਚਾਰ ਜੋ ਕੀਤੀ ਸੀ, ਉਹ ਪੀਰ ਲਫ਼ਜ਼ ਸਾਡਾ ਲਾਸ ਆਇਆ ਸੀ। ਤਾਂ ਪੀਰ ਤੋਂ ਅੱਗੇ ਅੱਜ ਅਗਲਾ ਸ਼ਬਦ ਹੈ, ਉਹਦੇ ਨਾਲ ਪੁਰਸਲਾਤ। ਪੁਰਸਲਾਤ ਸ਼ਬਦ ਗੁਰਬਾਣੀ ਵਿੱਚ ਵਰਤਿਆ ਗਿਆ, ਭਗਤ ਰਵਿਦਾਸ ਜੀ ਨੇ ਵੀ ਇਸਤੇਮਾਲ ਕੀਤਾ। ਪੁਰਸਲਾਤ ਕਾ ਪੰਥ ਦੁਹੇਲਾ, ਸੰਗ ਨਾ ਸਾਥੀ ਗਵਨ ਅਕੇਲਾ। ਇਹ ਸੂਹੀ ਰਾਗ ਵਿੱਚ ਭਗਤ ਰਵਿਦਾਸ ਜੀ ਨੇ ਇਸਤੇਮਾਲ ਕੀਤਾ ਹੈ, ਔਰ ਸ਼ੇਖ ਫਰੀਦ ਜੀ ਨੇ ਤਾਂ ਇਹ ਸ਼ਬਦ ਨੂੰ ਆਮ ਹੀ ਇਸਤੇਮਾਲ ਕੀਤਾ ਹੈ। ਸਲੋਕਾਂ ਵਿੱਚ ਆਉਂਦਾ, ਪਹਿਲਾ ਸਲੋਕ ਹੈ, ਵਾਲੋ ਨਿੱਕੀ ਪੁਰਸਲਾਤ ਕੰਨੀ ਨਾ ਸੁਣੀ ਆਏ, ਫਰੀਦਾ ਕਿਹੜੀ ਪਾਬੰਦੀ ਖੜਾ ਨਾ ਆਪ ਮਹਾਏ। ਤੋ ਇਹ ਜਿੱਤ ਦਿਹਾੜੇ ਧਨਵਰੀ ਸਾਹੇ ਲੈ ਲਿਖਾਏ ਸ਼ਬਦ ਤੋਂ ਸ਼ੁਰੂ ਹੁੰਦਾ ਹੈ, ਸਲੋਕ ਤੋਂ ਸ਼ੁਰੂ ਹੁੰਦਾ ਹੈ। ਉਹਦੇ ਵਿੱਚ ਇਸ ਸ਼ਬਦ ਨੂੰ ਇਸਤੇਮਾਲ ਕੀਤਾ ਗਿਆ। ਹੁਣ ਇਹ ਪੁਰਸਲਾਤ ਕੀ ਚੀਜ਼ ਹੈ, ਕੀ ਸ਼ੈ ਹੈ? ਇਸਲਾਮੀ ਦੁਨੀਆ ਦੇ ਵਿੱਚ ਮਨੌਤ ਅਨੁਸਾਰ ਇਹ ਗੱਲ ਮੰਨੀ ਜਾਂਦੀ ਹੈ ਕਿ ਨਰਕਾਂ ਦੇ ਉੱਤੇ ਇੱਕ ਸਿਰਾਤ ਨਾਮੀ ਪੁਲ ਬਣਿਆ ਹੋਇਆ, ਉੱਥੋਂ ਲੰਘ ਕੇ ਜਾਣਾ ਪੈਂਦਾ ਹੈ। ਸਿਰਾਤ ਇੱਕ ਪੁਲ ਦਾ ਨਾਮ ਹੈ ਤੇ ਉਹਨੂੰ ਪਾਰ ਕਰਨਾ ਬੜਾ ਔਖਾ। ਉਹਦੇ ਕੰਡਿਆਲੀ ਕੰਡੇ ਹਨ, ਕਈ ਕੁਛ ਹਨ। ਜਿਵੇਂ ਆਪ ਦੇਖਦੇ ਹਾਂ ਕਿ ਅੱਜ ਸ਼ੰਭੂ ਬਾਰਡਰ ਨੂੰ ਪਾਰ ਕਰਨਾ ਔਖਾ ਹੋ ਗਿਆ, ਜਿੱਥੇ ਕੰਡਿਆਲੇ ਸਭ ਕੁਝ ਕਰ ਦਿੱਤਾ ਗਿਆ, ਉਹਨੂੰ ਲੰਘ ਕੇ ਜਾਣਾ ਵੀ ਔਖਾ ਹੈ। ਇਸੇ ਤਰ੍ਹਾਂ ਇਹ ਪੁਲ ਸਿਰਾਤ ਸੀ ਤੇ ਇਹਦਾ ਨਾਮ ਬਦਲ ਕੇ ਫਿਰ ਪੁਰਸਲਾਤ ਪੈ ਗਿਆ। ਜਾਂ ਕਹਿ ਲਈਏ ਕਿ ਨਾਮ ਦਾ ਜਿੱਦਾਂ ਵਿੱਚੋਂ ਅਸੀਂ ਪੁੱਲ ਤੇ ਵਿੱਚੋਂ ਸਿਹਾਰੀ ਜਿਹੜੀ ਸੱਸੇ ਦੀ ਸੀ ਉਹ ਲੋਪ ਹੋ ਗਈ ਹੌਲੀ ਹੌਲੀ, ਤੇ ਇਹਦਾ ਨਾਮ ਪੁੱਲ ਜਿਹੜਾ ਸੀ ਬਦਲ ਕੇ ਪੁਰਸਲਾਤ ਹੀ ਪੈ ਗਿਆ, ਜਦ ਕਿ ਅਸਲੀ ਸ਼ਬਦ ਹੈ ਪੁੱਲ ਸਿਰਾਤ। ਤਾਂ ਪੁੱਲ ਸਿਰਾਤ ਇਹ ਬੜਾ ਕੰਡਿਆਲਾ ਤੇ ਬਰੀਕ ਔਖਾ ਪੈਂਡਾ ਹੈ, ਇੱਥੋਂ ਲੰਘ ਕੇ ਜਾਣਾ। ਜਿਹੜੇ ਨੇਕ ਕਰਮ ਕਰਦੇ ਹਨ, ਚੰਗੇ ਕਰਮ ਕਰਦੇ ਹਨ, ਜਿਨ੍ਹਾਂ ਨੇ ਧਰਮ ਕਮਾਇਆ ਹੈ, ਉਹ ਤਾਂ ਇਹਨੂੰ ਸੌਖਾ ਪਾਰ ਕਰ ਲੈਂਦੇ ਨੇ, ਤੇ ਜਿਨ੍ਹਾਂ ਨੇ ਪਾਪ ਕਰਮ ਕਮਾਏ ਹਨ ਉਹਨਾਂ ਨੂੰ ਰਸਤਾ ਬੜਾ ਔਖਾ, ਇਸ ਕੰਡਿਆਲੇ ਪੁਲ ਤੋਂ ਲੰਘਣਾ ਬੜਾ ਔਖਾ, ਕਸ਼ਟ ਸਹਾਰਨੇ ਪੈਂਦੇ ਨੇ, ਜੋ ਗੱਲ ਮੰਨੀ ਜਾਂਦੀ ਹੈ।
ਪਾਰਸੀਆਂ ਦੇ ਵਿੱਚ ਵੀ ਇੱਕ ਮਨੌਤ ਹੈ ਕਿ ਚਿਨਵਤ ਪਰਿਅਤੂ ਨਾਮ ਦਾ ਪੁੱਲ ਹੈ। ਯਹੂਦੀਆਂ ਵਿੱਚ ਵੀ ਐਸਾ ਮੰਨਦੇ ਨੇ, ਪਰ ਮਹਾਨ ਕੁਸ਼ ਦੇ ਕਰਤਾ ਨੇ ਭਾਈ ਕਾਹਨ ਸਿੰਘ ਨਾਭਾ ਜੀ ਨੇ ਸਾਰੀ ਮਨੌਤ ਦਾ ਇੰਨਾ ਹੀ ਭਾਵ ਲਿਖਿਆ ਕਿ ਮਨੁੱਖ ਨੂੰ ਇਹ ਤਾੜਨਾ ਕੀਤੀ ਗਈ ਹੈ ਕਿ ਬੁਰਾਈਆਂ ਤੋਂ ਬਚ ਕੇ ਜ਼ਿੰਦਗੀ ਨੂੰ ਬਤੀਤ ਕੀਤਾ ਜਾਵੇ। ਪਰ ਜਿਹੜਾ ਭਾਵ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਪੁਰਸਲਾਤ ਲਈ ਇਸਤੇਮਾਲ ਕੀਤਾ ਗਿਆ, ਉਹ ਥੋੜਾ ਜਿਹਾ ਹੋਰ ਫਰਕ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਗੱਲ ਦੱਸੀ ਗਈ ਹੈ ਵੀ ਭਲਿਆ ਤੂੰ ਕਦੀ ਇਹ ਪੁੱਲ ਸਰਾਤ ਦਾ ਨਾਮ ਨਹੀਂ ਸੁਣਿਆ, ਜਿਹਨੂੰ ਕਿਹਾ ਜਾਂਦਾ ਕਿ ਵਾਲ ਤੋਂ ਬਰੀਕ ਹੈ, ਬੜਾ ਛੋਟਾ ਜਿਹਾ ਪੁੱਲ ਹੈ। ਤੈਨੂੰ ਇਹ ਗੱਲਾਂ ਸਮਝ ਕੇ, ਸੁਣ ਕੇ, ਪੜ੍ਹ ਕੇ ਵੀ ਤੈਨੂੰ ਕੰਨਾਂ ਦੇ ਵਿੱਚ ਆਵਾਜ਼ਾਂ ਪੈਂਦੀਆਂ ਹੋਈਆਂ ਵੀ ਤੂੰ ਆਪਣੇ ਆਪ ਨੂੰ ਲੁਟਾਈ ਜਾ ਰਿਹਾ, ਅਜੇ ਪੁਰਸਲਾਤ ਤੋਂ ਲੰਘਣ ਦਾ ਤੂੰ ਪ੍ਰਬੰਧ ਹੀ ਨਹੀਂ ਕੀਤਾ। ਇਹਦਾ ਮਤਲਬ ਇਹ ਵੀ ਸੰਸਾਰ ਇੱਕ ਬੜਾ ਵੱਡਾ ਸਾਗਰ ਹੈ, ਬੜਾ ਵੱਡਾ ਜਗਤ ਇੱਕ ਸਮੁੰਦਰ ਹੈ, ਜਿਸ ਵਿੱਚ ਵਿਕਾਰਾਂ ਦੀਆਂ ਲਹਿਰਾਂ ਉੱਠ ਰਹੀਆਂ ਨੇ। ਵਿਕਾਰ ਲਹਿਰਾਂ ਮਾਰ ਰਹੇ ਹਨ, ਛਾਲਾਂ ਮਾਰ ਰਹੇ ਹਨ, ਤੇ ਇਹਦੇ ਵਿੱਚੋਂ ਠੀਕ ਢੰਗ ਨਾਲ ਜਾਂ ਸਹੀ ਸਲਾਮਤ ਲੰਘਣ ਦੇ ਨਾਲ ਲਈ ਦਰਵੇਸ਼ੀ ਭਾਵ ਫਕੀਰੀ ਭਾਵ ਬੰਦਗੀ ਇੱਕ ਪੁੱਲ ਹੈ। ਇਹ ਗੁਰਮਤਿ ਦਾ ਜਿਹੜਾ ਇਹਦਾ ਭਾਵ ਹੈ ਉਹ ਸਮਝਣ ਦੀ ਲੋੜ ਹੈ ਵੀ ਇਹ ਕਿਉਂ ਇਸਤੇਮਾਲ ਹੋਇਆ ਸ਼ਬਦ। ਵੀ ਇਹ ਮੇਰੀ ਜਿਹੜੀ ਦਰਵੇਸ਼ੀ ਕਮਾਉਣੀ ਔਖੀ ਹੈ, ਬੰਦਗੀ ਭਗਤੀ ਇਹ ਕਮਾਉਣੀ ਔਖੀ ਹੈ, ਪਰ ਇਸ ਸੰਸਾਰ ਸਾਗਰ ਦੇ ਵਿੱਚ ਉੱਠ ਰਹੀਆਂ ਵਿਕਾਰਾਂ ਦੀਆਂ ਲਹਿਰਾਂ ਨੂੰ ਜੇ ਅਗਰ ਬਚਣਾ ਹੈ ਤਾਂ ਫਿਰ ਦਰਵੇਸ਼ੀ ਨਾਮ ਦਾ ਜਾਂ ਬੰਦਗੀ ਦਾ ਪੁੱਲ ਜ਼ਰੂਰ ਬਣਾਉਣਾ ਪਏਗਾ। ਇਹ ਬੜਾ ਭਾਵੇਂ ਬਰੀਕ, ਜਿਵੇਂ ਉਹ ਪੁੱਲ ਬੜਾ ਬਰੀਕ ਹੈ, ਛੋਟਾ ਹੈ, ਇਸ ਤਰ੍ਹਾਂ ਬੰਦਗੀ ਵੀ ਕਮਾਉਣੀ ਸੌਖੀ ਨਹੀਂ ਹੈ। ਬੰਦਗੀ ਦੀ ਕਾਰ ਕੋਈ ਸੌਖੀ ਖੇਡ ਨਹੀਂ ਹੈ, ਪਰ ਦੁਨੀਆ ਦੇ ਵਿਕਾਰਾਂ ਤੋਂ ਬਚਣ ਦਾ ਕੇਵਲ ਇੱਕੋ ਹੀ ਰਸਤਾ ਹੈ, ਉਹ ਹੈ ਬੰਦਗੀ, ਉਹ ਪਰਮੇਸ਼ਰ ਦੀ ਯਾਦ, ਉਹ ਪਰਮਾਤਮਾ ਨਾਲ ਮੁਹੱਬਤ, ਪਰਮਾਤਮਾ ਦੇ ਨਾਲ ਪਿਆਰ। ਇੱਕੋ ਇੱਕ ਰਸਤਾ ਹੈ ਜਿਹੜਾ ਪੁਰਸਲਾਤ ਜਿਹਨੂੰ ਕਿਹਾ ਗਿਆ, ਤੇ ਉਸ ਪੁਰਸਲਾਤ ਦੀ ਗੱਲ ਜਿਹੜੀ ਸੀ ਉਹ ਕੀਤੀ ਗਈ। ਇੱਕੋ ਇੱਕ ਰਸਤੇ ਦੇ ਉੱਤੇ ਚੱਲ ਕੇ ਹੀ ਤੈਨੂੰ ਇਹ ਪਰਮਾਤਮਾ ਦੇ ਨਾਲ ਮਿਲਾਪ ਹੋ ਸਕਦਾ ਹੈ। ਵੀ ਤੈਨੂੰ ਧਾਰਮਿਕ ਪੁਸਤਕਾਂ ਦੀ ਰਾਹੀਂ ਗੁਰੂ ਪੈਗੰਬਰਾਂ ਨੇ ਵਾਜਾ ਮਾਰ ਕੇ ਇਸ ਖਤਰੇ ਦੀਆਂ ਲਹਿਰਾਂ ਤੋਂ ਬਚਣ ਦੀ ਗੱਲ ਕੀਤੀ ਹੈ। ਕਹਿੰਦੇ ਇਹਨੂੰ ਧਿਆਨ ਨਾਲ ਸੁਣ, ਜਿਹੜੀ ਗੱਲ ਸੁਣੀ ਹੈ ਨਾ, ਵੀ ਕੰਨ ਨਾ ਬੰਦ ਕਰ, ਇਹਨਾਂ ਨੂੰ ਧਿਆਨ ਨਾਲ ਸੁਣ। ਜਿਹੜੀ ਵਾਲੋ ਨਿੱਕੀ ਪੁਰਸਲਾਤ ਦੀ ਗੱਲ ਹੈ, ਖਿਆਲ ਨਾਲ ਸੁਣ, ਧਿਆਨ ਨਾਲ ਸੁਣ, ਤੇ ਐਵੇਂ ਜੀਵਨ ਨੂੰ ਅਜਾਈ ਨਾ ਗਵਾ, ਐਵੇਂ ਜੀਵਨ ਨੂੰ ਔਖਾ ਨਾ ਗਵਾ। ਤੇ ਬਾਬਾ ਫਰੀਦ ਜੀ ਨੇ ਜਦੋਂ ਗੱਲ ਕੀਤੀ ਤੇ ਨਾਲ ਉਹਨਾਂ ਨੇ ਇਹ ਵੀ ਗੱਲ ਕੀਤੀ ਵੀ ਇਹ ਦਰਵੇਸ਼ੀ ਕਮਾਉਣੀ ਕੋਈ ਸੌਖੀ ਗੱਲ ਤਾਂ ਹੈ ਨਹੀਂ, ਦਰਵੇਸ਼ੀ ਕਮਾਉਣੀ ਬੜੀ ਔਖੀ ਹੈ। ਸ਼ੇਖ ਫਰੀਦ ਜੀ ਜਦੋਂ ਅਗਲੀ ਗੱਲ ਕਰਦੇ ਨੇ, ਫਰੀਦਾ ਦਰ ਦਰਵੇਸ਼ੀ ਗਾਖੜੀ ਚੱਲਾਂ ਦੁਨੀਆ ਭੱਤ, ਭਨ ਉਠਾਈ ਪੋਟਲੀ ਕਿੱਥੇ ਵੱਜਾ ਘੱਤ। ਵੀ ਹਾਲਾਂਕਿ ਦਰਵੇਸ਼ੀ ਦੀ ਕਾਰ, ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈ ਵੀ ਦਰਵੇਸ਼ੀ ਦੀ ਕਾਰ ਬੜੀ ਔਖੀ ਹੈ, ਤੇ ਇਹ ਜਿਹੜੀ ਔਖੀ ਕਾਰ ਹੈ, ਤੇ ਇਸ ਦਰਵੇਸ਼ੀ ਦੀ ਕਾਰ ਦੇ ਵਿੱਚ ਕਹਿੰਦੇ ਮੈਂ ਵੀ ਜਿਵੇਂ ਦੁਨੀਆਦਾਰ ਚੁੱਕੀ ਫਿਰਦੇ ਨੇ ਉਵੇਂ ਮੈਂ ਵੀ ਚੁੱਕੀ ਫਿਰਦਾ। ਬੰਨ ਉਠਾਈ ਪੋਟਲੀ, ਵੀ ਜਦੋਂ ਮੈਂ ਸਿਰ ਦੇ ਉੱਤੇ ਭਾਰ ਤਾਂ ਮੈਂ ਚੁੱਕਿਆ ਹੋਇਆ, ਦੁਨੀਆਦਾਰੀ ਦੀ ਦੁਨੀਆ ਵਾਲੀ ਗੰਢ ਜਿਹੜੀ ਹੈ ਇਹ ਮੈਂ ਸਿਰ ਤੇ ਚੁੱਕੀ ਹੋਈ ਹੈ, ਕਿੱਥੇ ਸੁੱਟਾਂ ਇਹਨੂੰ। ਭਾਵ ਦੁਨੀਆ ਦਾ ਮੋਹ ਛੱਡਣਾ ਕੋਈ ਸੌਖੀ ਗੱਲ ਹੈ ਨਹੀਂ ਹੈ। ਦੁਨੀਆ ਦੇ ਮੋਹ ਤੋਂ ਬਚ ਕੇ ਨਿਕਲਣਾ ਕੋਈ ਸੌਖੀ ਖੇਡ ਨਹੀਂ ਹੈ, ਸੌਖੀ ਘਾਟ ਨਹੀਂ ਹੈ। ਫਿਰ ਕਹਿੰਦੇ ਨੇ ਕਿਸ ਨਾ ਬੁੱਝੇ ਕਿਸ ਨਾ ਸੁਝੇ ਦੁਨੀਆ ਗੁੱਝੀ ਭਾ, ਸਾਈਂ ਮੇਰੇ ਚੰਗਾ ਕੀਤਾ ਨਹੀਂ ਤਾਂ ਹਮ ਵੀ ਦੰਜਾ ਆ। ਕਹਿੰਦੇ ਦੇਖੋ ਦੁਨੀਆ ਤਾਂ ਵੇਖਣ ਨੂੰ ਬੜੀ ਗੁਲਜ਼ਾਰ ਜਾਪਦੀ ਹੈ, ਵੇਖਣ ਨੂੰ ਬੜਾ ਖਿੜਿਆ ਹੋਇਆ ਫੁੱਲ ਜਾਪਦਾ, ਪਰ ਇਹਦਾ ਮੋਹ ਜਿਹੜਾ ਹੈ ਉਹ ਇੱਕ ਛੁਪੀ ਹੋਈ ਅੱਗ ਹੈ, ਗੁੱਝੀ ਭਾ ਹੈ। ਦੁਨੀਆ ਮਾੜੀ ਨਹੀਂ, ਦੁਨੀਆ ਦਾ ਮੋਹ ਜਿਹੜਾ ਹੈ ਉਹ ਗੁੱਝੀ ਭਾ ਹੈ, ਜਿਹੜੀ ਕਿਸ ਨਾ ਬੁੱਝੇ ਕਿੰਜ ਨਾ ਬੁੱਝੇ ਕਿੰਜ ਨਾ ਸੁਝੇ ਦੁਨੀਆ ਗੁੱਝੀ ਭਾ। ਜਿਹੜੀ ਜੀਵਾਂ ਨੂੰ ਜ਼ਿੰਦਗੀ ਦੇ ਸਹੀ ਰਸਤੇ ਦੇ ਉੱਤੇ ਇਹ ਗੁੱਝੀ ਭਾ ਮੋਹ ਦੀ ਸੂਝ ਪੈਣ ਹੀ ਨਹੀਂ ਦਿੰਦੀ, ਦੁਨੀਆ ਦੀ ਸੂਝ ਆਉਂਦੀ ਹੀ ਨਹੀਂ। ਇਹ ਤਾਂ ਮੇਰੇ ਸਾਈਂ ਨੇ ਕਹਿੰਦੇ ਮੇਰੇ ਤੇ ਮਿਹਰ ਕਰ ਦਿੱਤੀ, ਸ਼ੇਖ ਫਰੀਦ ਜੀ ਕਹਿੰਦੇ ਨੇ ਕਿ ਮੈਨੂੰ ਇਹ ਤੋਂ ਬਚਾ ਲਿਆ, ਨਹੀਂ ਤਾਂ ਬਾਕੀ ਲੋਕਾਂ ਵਾਂਗ ਨਹੀਂ ਤਾਂ ਹਮ ਵੀ ਦੰਜਾ ਹੈ, ਵੀ ਮੈਂ ਵੀ ਦੂਜੇ ਲੋਕਾਂ ਵਾਂਗ ਸੜ ਜਾਂਦਾ, ਮੈਂ ਵੀ ਸੱਗ ਵਿੱਚ ਸੜ ਜਾਂਦਾ। ਇਹ ਜਿਹੜੀ ਮੋਹ ਦੀ ਅੱਗ ਹੈ। ਤੋ ਇਹ ਜਿਹੜਾ ਪੰਕ
ਜੋ ਮੋਹ ਪੱਗ ਨਹੀਂ ਚਾਲੇ ਹਮ ਦੇਖਾ, ਤਾਂ ਡੂਬੀ ਵਾਲੇ ਵਾਲਾ ਫਾਰਮੂਲਾ ਹੈ। ਵੀ ਸਰ ਦੇ ਵਿੱਚ, ਤਲਾਬ ਦੇ ਵਿੱਚ ਜੇ ਮੈਂ ਦੇਖਿਆ, ਮੇਰੇ ਅੱਖਾਂ ਦੇ ਸਾਹਮਣੇ ਕਿੰਨੇ ਉੱਥੇ ਮਰ ਗਏ, ਤੇ ਇਹ ਹੈ ਅੱਗ। ਤੇ ਕਹਿੰਦੇ ਨੇ ਚੰਗਾ ਹੋਇਆ ਵੀ ਇਹ ਮੈਂ ਮੋਹ ਦੀ ਪੂਟਲੀ ਜਿਹੜੀ ਹੈ ਉਹ ਸੁੱਟ ਦਿੱਤੀ ਹੈ। ਪਰ ਇਹ ਮੋਹ ਦੀ ਪੂਟਲੀ ਸੁੱਟਣੀ ਕੋਈ ਸੌਖੀ ਗੱਲ ਨਹੀਂ ਸੀ। ਇਹ ਜਾਂ ਤੁਹਾਡੇ ਜਾਂ ਮੇਰੇ ਵੱਸ ਦੀ ਗੱਲ ਨਹੀਂ। ਇਹ ਤਾਂ ਇਸ ਮੋਹ ਦੀ ਪੂਟਲੀ ਤੋਂ ਬਚਾਉਣ ਲਈ ਪ੍ਰਮਾਤਮਾ ਦੀ ਬੰਦਗੀ ਕਰ, ਤੇ ਉਹ ਆਪਣੀ ਮਿਹਰ ਦੀ ਨਜ਼ਰ ਦੇ ਨਾਲ ਸਾਨੂੰ ਇਹ ਤੋਂ ਬਚਾ ਲੈਂਦਾ ਹੈ। ਜਿਹੜੀ ਇਹ ਗੱਲ ਸ਼ੇਖ ਫਰੀਦ ਜੀ ਨੇ ਸਾਨੂੰ ਲਿਖੀ ਹੈ, ਤੇ ਉਹ ਇਹ ਸਾਨੂੰ ਗੱਲ ਸਮਝਾਉਂਦੇ ਨੇ। ਭਗਤ ਰਵਿਦਾਸ ਜੀ ਨੇ ਵੀ ਸ਼ਬਦ ਵਰਤਿਆ, ਪੁਰਸਲਾਤ ਕਾ ਪੰਥ ਦੁਹੇਲਾ, ਸੰਗ ਨਾ ਸਾਥੀ ਗਵਰ ਅਕੇਲਾ, ਤੋ ਵਾਲੋ ਨਿੱਕੀ ਪੁਰਸਲਾਤ, ਕੰਨੀ ਨਾ ਸੁਣੀ ਆਏ, ਫਰੀਦਾ ਕਿਹੜੀ ਪਵੰਦ ਹੀ ਖੜਾ ਨਾ ਆ ਮੁਹਾਏ। ਇਹ ਪੁਰਸਲਾਤ ਦਾ ਇੱਕ ਛੋਟਾ ਜਿਹਾ ਭਾਵ, ਜਿਹੜਾ ਇਸ ਵਰਤਨ ਦਾ ਕੀ ਅੰਦੇਸ਼ਾ ਸੀ। ਮਸਲਾ ਇਹ ਹੈ ਕਿ ਇਹ ਪੁਰਸਲਾਤ ਬੰਦਗੀ ਦਾ ਹੋਵੇ ਤਾਂ ਬੰਦਾ ਪਰਮਾਤਮਾ ਦੇ ਦਰ ਤੇ ਜਾ ਕੇ ਕਬੂਲ ਹੋ ਜਾਂਦਾ ਹੈ। ਜੋਤ ਪਰਮ ਜੋਤ ਵਿੱਚ ਭੇਦ ਹੋ ਜਾਂਦੀ ਹੈ, ਉਸ ਤਰ੍ਹਾਂ ਲੀਨ ਹੋ ਜਾਂਦੀ ਹੈ, ਆਵਾਗਮਨ ਦੇ ਚੱਕਰ ਤੋਂ ਬਚ ਜਾਂਦਾ ਹੈ। ਤਾਂ ਇਹ ਪੁਰਸਲਾਤ ਦਾ ਮੇਨ ਭਾਵ ਹੈ ਜੋ ਇਸਤੇਮਾਲ ਕਰਨ ਦਾ, ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹਨੂੰ ਵਰਤਿਆ ਗਿਆ। ਅਗਲਾ ਸ਼ਬਦ ਅਸੀਂ ਲੈਂਦੇ ਹਾਂ ਪੁਰਖ। ਪੁਰਖ ਸਰਵ ਵਿਆਪਕ ਦਾ ਅਰਥ, ਲਫ਼ਜ਼ੀ ਅਰਥ ਹੈ ਸਰਵ ਵਿਆਪਕ। ਪੁਰਖ ਹਰ ਥਾਂ ਤੇ। ਤਾਂ ਸਰਵ ਵਿਆਪਕ ਚੇਤਨਾ ਲਈ ਪਹਿਲਾਂ ਰਿਗਵੇਦ ਦੇ ਵਿੱਚ ਪੁਰਖ ਸੂਕਤ ਵਿੱਚ ਪੁਰਖ ਪਦ ਦਾ ਪ੍ਰਯੋਗ ਹੋਇਆ ਮਿਲਦਾ ਹੈ। ਲਿਖਿਆ ਵੀ ਇਹਦੇ ਪੁਰਖ ਦੀ ਕਈ ਹਜ਼ਾਰ, 1000 ਅੱਖਾਂ, 1000 ਸਿਰ, 1000 ਪੈਰ, ਸਾਰੀ ਧਰਤੀ ਤੇ ਜੋ ਕੁਝ ਹੋ ਚੁੱਕਾ ਜਾਂ ਅੱਗੋਂ ਹੋਏਗਾ ਉਹ ਸਭ ਪੁਰਖ ਹੀ ਹੈ। ਬਾਕੀ ਸ੍ਰਿਸ਼ਟੀ ਦਾ ਜਿਹੜਾ 1/4 ਹਿੱਸਾ ਹੈ, ਤੇ 3/4 ਉਹ ਚੀਜ਼ਾਂ ਜੋ ਆਕਾਸ਼ ਵਿੱਚ ਹਨ, ਜੋ ਦਿਸਦੀਆਂ ਨਹੀਂ। ਅੱਗੇ ਜਾ ਕੇ ਉਹਨਾਂ ਨੇ ਦੱਸਿਆ ਕਿ ਦੇਵਤਿਆਂ ਨੇ ਪੁਰਖ ਦੀ ਵੰਡ ਕੀਤੀ। ਇਹਦਾ ਮੁੱਖ ਬ੍ਰਾਹਮਣ, ਭੁਜਾ ਜਿਹੜੀ ਸੀ, ਮੂੰਹ ਜਿਹੜਾ ਬ੍ਰਾਹਮਣ ਤੋਂ ਮਿਲ ਗਿਆ, ਭੁਜਾ ਜਿਹੜੀ ਸੀ ਬਾਂਹ ਨੂੰ ਛਤਰੀਆਂ ਨੂੰ ਦਿੱਤੀ, ਤੇ ਜੰਗਾ ਵੈਸ਼ ਦੇ ਪੈਰ ਦੇ, ਤੇ ਸ਼ੂਦਰ ਜਿਹੜੇ ਸੀ ਉਹ ਪੈਰ ਬਣ ਗਏ। ਇਸ ਢੰਗ ਨਾਲ ਉੱਥੇ ਵਿਆਖਿਆ ਮਿਲਦੀ ਹੈ। ਫਿਰ ਅੱਗੇ ਜਾ ਕੇ ਉੱਥੇ ਜਾ ਕੇ ਲਿਖਿਆ ਗਿਆ ਹੈ ਆਪਣੇ ਸੰਕੇਤ ਕੋਸ਼ ਦੇ ਵਿੱਚ, ਵੀ ਇਸ ਦੇ ਮਨ ਦੇ ਵਿੱਚੋਂ ਸਵੇਰੇ ਅੱਖਾਂ ਵਿੱਚੋਂ ਮਨ ਵਿੱਚੋਂ ਪ੍ਰਾਤಃ ਕਾਲ, ਅੱਖਾਂ ਵਿੱਚੋਂ ਸੂਰਜ, ਮੂੰਹ ਵਿੱਚ ਇੰਦਰ, ਅਤੇ ਅਗਨੀ ਸਵਾਸ ਵਿੱਚੋਂ ਪੌਣ, ਸਿਰ ਵਿੱਚੋਂ ਆਕਾਸ਼, ਪੈਰਾਂ ਵਿੱਚ ਧਰਤੀ, ਤੇ ਕੰਨਾਂ 'ਚ 4 ਦਿਸ਼ਾਵਾਂ ਪ੍ਰਗਟ ਹੋਈਆਂ। ਉਹਦੇ ਜਿਹਦਾ ਜ਼ਿਕਰ ਕੀਤਾ ਗਿਆ ਪੁਰਖ ਦਾ। ਪ੍ਰਾਚੀਨ ਕਾਲ ਤੋਂ ਇਹ ਗੱਲ ਇੱਕ ਸਪਸ਼ਟ ਹੈ ਕਿ ਪੁਰਖ ਇੱਕ ਐਸੀ ਸਰਵ ਵਿਆਪਕ ਤਾਕਤ ਹੈ, ਸ਼ਕਤੀ ਹੈ, ਜਿਸ ਵਿੱਚ ਸਾਰੀ ਸ੍ਰਿਸ਼ਟੀ ਤੇ ਸਾਰੀ ਮਨੁੱਖ ਜਾਤੀ ਜਾਂ 4 ਵਰਨ ਜਿਹੜੇ ਮੰਨੇ ਜਾਂਦੇ ਨੂੰ ਪ੍ਰਗਟ ਹੋਏ ਹਨ। ਪਿੱਛੋਂ ਜਾ ਕੇ ਭਾਵੇਂ ਉਸ ਤੋਂ ਬਾਅਦ ਜਾ ਕੇ ਸਾਖ ਦਰਸ਼ਨ ਨੇ ਪੁਰਖ ਪਦ ਨੂੰ ਆਤਮਾ ਲਈ ਵੀ ਵਰਤਿਆ, ਪਰ ਬਾਕੀ ਦੇ ਆਸਤਿਕ ਗ੍ਰੰਥਾਂ ਵਿੱਚ ਇਸ ਨੂੰ ਪਰਮਾਤਮਾ ਦਾ ਵਾਚਕ ਹੀ ਮੰਨਿਆ ਗਿਆ ਹੈ। ਆਦਿ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਪਰਮ ਤੱਤ ਨੂੰ ਪੁਰਖ ਆਖਿਆ ਗਿਆ ਹੈ। ਗੁਰੂ ਨਾਨਕ ਸਾਹਿਬ ਨੇ ਮੂਲ ਮੰਤਰ ਵਿੱਚ ਇਸ ਨੂੰ ਵਿਸ਼ੇਸ਼ਣ ਨੂੰ ਖਾਸ ਥਾਂ ਦਿੱਤੀ ਹੈ। ਜਦੋਂ ਅਸੀਂ ਕਰਦੇ ਹਾਂ ਕਰਤਾ ਪੁਰਖ, ਉਹ ਰਚਨਹਾਰ ਹੈ, ਉਹ ਵਿਆਪਕ ਹੈ, ਉਹਦੇ ਵਿੱਚ ਸਮਾਇਆ ਹੋਇਆ ਹੈ। ਫਿਰ ਇਹ ਆਪਾਂ ਰਹਿਰਾਸ ਦੀ ਬਾਣੀ ਜਦੋਂ ਪੜ੍ਹਦੇ ਹਾਂ, ਉਹਦੇ ਤੂੰ ਆਦਿ ਅਪਰੰਪਰ ਕਰਤਾ ਜੀ, ਉੱਥੇ ਆਦਿ ਪੁਰਖ, ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੂੰ ਜੀਵੜ ਅਵਰ ਨਾ ਕੋਈ, ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ, ਤੂੰ ਨਿਹਚਲ ਕਰਤਾ ਸੋਈ। ਉੱਥੇ ਵੀ ਪੁਰਖ ਲਫ਼ਜ਼ ਆਇਆ। ਤਾਂ ਪੁਰਖ ਦਾ ਅਰਥ ਜਿਹੜਾ ਹੈ ਉਹ ਹੈ ਸਰਵ ਵਿਆਪਕ, ਸਦਾ ਕਾਇਮ ਰਹਿਣ ਵਾਲਾ। ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਿਛਲੀਆਂ ਮਨੌਤਾਂ ਨੂੰ ਨਹੀਂ ਮੰਨਿਆ ਗਿਆ। ਇਸ ਪੁਰਖ ਲਫ਼ਜ਼ ਨੂੰ ਕਰਤੇ ਪੁਰਖ ਦੇ ਨਾਲ ਕਰਕੇ ਇਹ ਇਸਤੇਮਾਲ ਜਿਹੜਾ ਹੈ ਇਹ ਕੀਤਾ ਗਿਆ ਹੈ। ਤੋ ਅਗਲਾ ਸ਼ਬਦ ਹੈ ਪੁਰੀ। ਪੁਰੀ ਦਾ ਲਫ਼ਜ਼ੀ ਅਰਥ ਹੁੰਦਾ ਹੈ ਨਗਰ। ਤੋ ਪੁਰੀ ਦਾ ਜਿਹੜਾ ਅਰਥ ਹੁੰਦਾ ਹੈ ਉਹ ਹੁੰਦਾ ਹੈ ਨਗਰ ਜਾਂ ਲੋਕ। ਜਿਹੜਾ ਸਨਾਤਨੀ ਵਿਸ਼ਵਾਸ ਹੈ ਇਹਦੇ ਵਿੱਚ 7 ਪੁਰੀਆਂ ਮੰਨੀਆਂ ਗਈਆਂ ਹਨ। ਇੱਕ ਅਯੁੱਧਿਆ, ਜਿੱਥੇ ਰੌਲਾ ਬਹੁਤ ਪਿਆਰਿਆ, ਆਪ ਜੀ ਜਾਣਦੇ ਹੋ। ਦੂਜੀ ਮਥੁਰਾ, ਤੀਜੀ ਹਰਿਦੁਆਰ ਜਿਹਨੂੰ ਮਾਇਆਲ ਕਿਹਾ ਜਾਂਦਾ ਹੈ, ਚੌਥੀ ਕਾਂਚੀ, ਅਵੰਤਿਕਾ ਤੇ ਦਵਾਰਕਾ। ਇਹ 7 ਪੁਰੀਆਂ ਜਿਹੜੀਆਂ ਹਨ ਮੰਨੀਆਂ ਗਈਆਂ ਹਨ। ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਹੈ ਵੀ ਪੁਰੀ ਦਾ ਅਰਥ ਲੋਕ ਵੀ ਮੰਨਿਆ ਜਾਂਦਾ ਹੈ।
ਜਿਵੇਂ ਇੰਦਰਪੁਰੀ ਤੇ ਬ੍ਰਹਮ ਲੋਕ ਲਈ ਬ੍ਰਹਮਪੁਰੀ ਸ਼ਬਦ ਵਰਤਿਆ ਗਿਆ ਹੈ। ਇੰਦਰਪੁਰੀ ਇੰਦਰ ਦੇ ਰਹਿਣ ਦੀ ਥਾਂ ਜਾਂ ਉੱਥੇ ਇੰਦਰ ਦੀ ਗੱਲ ਕੀਤੀ ਗਈ ਹੈ। ਪਰ ਗੁਰੂ ਸਾਹਿਬ ਜੀ ਨੇ ਇਹਨਾਂ ਪੁਰੀਆਂ ਨੂੰ ਸਦਾ ਕਾਇਮ ਵਾਲੀਆਂ ਚੀਜ਼ਾਂ ਨਹੀਂ ਮੰਨਿਆ। ਉਹ ਤਾਂ ਗੁਰੂ ਪਾਤਸ਼ਾਹ ਦੇ ਨਾਲ ਸਹਿਮਤ ਹੀ ਨਹੀਂ। ਸਤਿਗੁਰੂ ਕਹਿੰਦੇ ਇੰਦਰਪੁਰੀ ਮੈਂ ਸਰ ਪਰ ਮਰਨਾ, ਬ੍ਰਹਮਪੁਰੀ ਨਿਸ਼ਚਲ ਨਹੀਂ ਰਹਿਣਾ, ਸ਼ਿਵਪੁਰੀ ਕਾ ਹੋਏਗਾ ਕਾਲਾ, ਤ੍ਰੈਗੁਣ ਮਾਇਆ ਬਿਨਸ ਬਿਤਾਲਾ। ਇਹ ਗੁਰੂ ਅਰਜਨ ਦੇਵ ਮਹਾਰਾਜ ਦਾ ਗੌੜੀ ਰਾਗ ਦੇ ਵਿੱਚ ਬਚਨ ਹੈ। ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ 237 ਅੰਕ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ 237 ਅੰਕ ਉੱਤੇ ਇਹ ਜਿਹੜਾ ਹੈ ਇਹ ਦਰਜ ਹੈ। ਤਾਂ ਇੱਥੇ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਸਿੱਖ ਇਜ਼ਮ ਦੇ ਵਿੱਚ ਜਿਹੜੀਆਂ ਪੁਰੀਆਂ ਦੀ ਗੱਲ ਕੀਤੀ ਗਈ ਦੂਜੇ ਧਰਮਾਂ ਦੇ ਵਿੱਚ, ਉਹ ਪੁਰੀਆਂ ਦੀ ਗੱਲ ਸਿੱਖ ਧਰਮ ਨੇ ਨਹੀਂ ਕੀਤੀ। ਸਿੱਖ ਧਰਮ ਨੇ ਤਾਂ ਬੜੀ ਸਪਸ਼ਟ ਜੀ ਗੱਲ ਜਿਹੜੀ ਹੈ ਉਹ ਦੱਸ ਦਿੱਤੀ। ਜਿਹੜਾ ਸ਼ਬਦ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੇ ਸਾਨੂੰ ਸਮਝਾਇਆ ਤੇ ਉਹਦੇ ਵਿੱਚ ਗੱਲ ਬੜੀ ਸਪਸ਼ਟ ਦੱਸਤੀ ਵੀ ਸਿੱਖ ਧਰਮ ਦਾ ਇਹ ਪੁਰੀਆਂ ਦੇ ਨਾਲ ਕੋਈ ਸੰਬੰਧ ਹੈ ਨਹੀਂ ਤੇ ਨਾ ਹੀ ਇਹਨਾਂ ਪੁਰੀਆਂ ਦੇ ਨਾਲ ਕੋਈ ਸੰਬੰਧ ਹੈ। ਤਾਂ ਉੱਥੇ ਸਤਿਗੁਰੂ ਜੀ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇਹ ਗੱਲ ਸਮਝਾ ਦਿੱਤੀ ਵੀ ਇੰਦਰਪੁਰੀ ਮੈਂ ਸਰ ਪਰ ਮਰਨਾ, ਬ੍ਰਹਮਪੁਰੀ ਨਿਸ਼ਚਲ ਨਹੀਂ ਰਹਿਣਾ, ਸ਼ਿਵਪੁਰੀ ਕਾ ਹੋਏਗਾ ਕਾਲਾ, ਤ੍ਰੈਗੁਣ ਮਾਇਆ ਬਿਨਸ ਬਿਤਾਲਾ। ਤਾਂ ਇਹਨੂੰ ਥੋੜਾ ਜਿਹਾ ਆਪਾਂ ਸਮਝ ਲਈਏ ਇਹ ਕੀ ਸਤਿਗੁਰੂ ਜੀ ਨੇ ਦਿੱਤਾ ਵੀ ਹੋਰਨਾਂ ਦੀ ਗੱਲ ਤਾਂ ਕੀ ਹੈ। ਕਹਿੰਦੇ ਜਿਹਨੂੰ ਇੰਦਰਪੁਰੀ ਕਹਿੰਦੇ ਨੇ ਵੀ ਇੰਦਰ ਦੀ ਪੁਰੀ ਹੈ, ਉਹਦੀ ਮੌਤ ਉੱਥੇ ਵੀ ਆ ਜਾਂਦੀ ਹੈ, ਉੱਥੇ ਵੀ ਮੌਤ ਆ ਜਾਂਦੀ ਹੈ। ਬ੍ਰਹਮਾ ਦੀ ਪੁਰੀ ਵੀ ਸਦਾ ਟਲ ਨਹੀਂ ਰਹਿਣ ਵਾਲੀ, ਜਿਹਨੂੰ ਬ੍ਰਹਮਾ ਦੀ ਪੁਰੀ ਕਹਿੰਦੇ ਆ, ਬ੍ਰਹਮਾ ਦਾ ਰਹਿਣ ਦਾ ਸਥਾਨ ਕਹਿੰਦੇ ਨੇ। ਸ਼ਿਵਪੁਰੀ ਦਾ ਵੀ ਕਹਿੰਦੇ ਨਾਸ਼ ਹੋ ਜਾਣਾ, ਜਿਹੜਾ ਦੂਜਿਆਂ ਨੂੰ ਕਹਿੰਦੇ ਨਾਸ਼ ਕਰਨ ਵਾਲਾ ਉਹ ਤਾਂ ਆਪ ਨਾਸ਼ਵਾਨ ਹੈ। ਪਰ ਜਗਤ ਤਿੰਨਾਂ ਗੁਣਾ ਵਾਲੀ ਇਸ ਮਾਇਆ ਦੇ ਅਸਰ ਹੇਠ ਜੀਵਨ ਦੇ ਸਹੀ ਰਾਹ ਤੋਂ ਖੁੰਝ ਕੇ ਆਤਮਿਕ ਮੌਤ ਜਿਹੜਾ ਹੈ ਉਹ ਹਰ ਵੇਲੇ ਪ੍ਰਾਪਤ ਕਰੀ ਜਾਂਦਾ ਹੈ। ਜਦਕਿ ਇਹਨਾਂ ਦੀ ਗੱਲ ਜਿਹੜੀ ਗੁਰੂ ਸਾਹਿਬ ਜੀ ਨੇ ਜੋ ਗੱਲ ਕੀਤੀ ਉਹਦਾ ਅਰਥ ਭਾਵ ਜਿਹੜੇ ਹਨ ਉਹ ਇਸ ਤਰ੍ਹਾਂ ਨਿਕਲਦੇ ਹਨ। ਤੋ ਸਤਿਗੁਰੂ ਜੀ ਨੇ ਅਸਲ ਵਿੱਚ ਕਿਹਾ ਵੀ ਇਸ ਸੰਸਾਰ ਨਾਸ਼ਵਾਨ ਹੈ, ਭਾਵੇਂ ਪੁਰੀਆਂ ਹਨ ਤੇ ਭਾਵੇਂ ਪੁਰੀਆਂ ਜੋ ਉਹਨੂੰ ਮਰਜ਼ੀ ਕਹਿ ਲਓ। ਅਸਲ ਵਿੱਚ ਸੰਸਾਰ ਵਿੱਚ ਸਥਿਰ ਰਹਿਣ ਵਾਲੀ ਕੋਈ ਚੀਜ਼ ਹੈ ਨਹੀਂ। ਸਥਿਰ ਰਹਿਣ ਵਾਲੀ ਚੀਜ਼ ਹੈ ਤਾਂ ਪ੍ਰਮਾਤਮਾ ਦੀ ਪ੍ਰੇਮਾ ਭਗਤੀ ਹੈ, ਪ੍ਰੇਮਾ ਦਾਤ ਹੈ, ਸ਼ੁਭ ਗੁਣ ਹਨ ਜੋ ਇਨਸਾਨ ਦੇ ਨਾਲ ਜਾਂਦੇ ਹਨ। ਇਸ ਵਾਸਤੇ ਸੰਸਾਰ ਵਿੱਚ ਇਹ ਸੋਚ ਕੇ ਕਿ ਮੈਂ ਇਸ ਸੰਸਾਰ ਤੋਂ ਜਾਣਾ ਨਹੀਂ, ਇਹ ਵੱਡੀ ਭੁੱਲ ਹੈ। ਇੱਥੇ ਇੰਦਰਪੁਰੀ 'ਚ ਰਹਿਣ ਵਾਲੇ, ਬ੍ਰਹਮਪੁਰੀ 'ਚ ਰਹਿਣ ਵਾਲੇ, ਸ਼ਿਵਪੁਰੀ 'ਚ ਰਹਿਣ ਵਾਲੇ ਜਿਹੜੇ ਆਪਣੇ ਆਪ ਨੂੰ ਜਗਤ ਨੂੰ ਮਾਰਨ ਦੀਆਂ ਗੱਲਾਂ ਕਰਦੇ ਸਨ, ਉਹ ਵੀ ਸੰਸਾਰ ਤੋਂ ਚਲੇ ਗਏ, ਉਹ ਵੀ ਸੰਸਾਰ 'ਚ ਨਹੀਂ ਰਹੇ। ਸੰਸਾਰ ਨਾਸ਼ਵਾਨ ਹੈ। ਇਸ ਵਾਸਤੇ ਅੱਗੇ ਜਾਣ ਦੀ ਤਿਆਰੀ ਆਹਾਰ ਕਰ ਔਰ ਉਸ ਪੁਰਸਲਾਤ ਤੋਂ ਬਚ ਕੇ ਜਿਹੜਾ ਲੰਘਣ ਦਾ ਜਿਹੜਾ ਰਸਤਾ ਆਪਣਾ ਤਿਆਰ ਕਰ। ਬੰਦਗੀ ਦੀ ਪੋਟਲੀ ਆਪਣੇ ਸਿਰ ਦੇ ਉੱਤੇ ਰੱਖ, ਵਿਕਾਰਾਂ ਦੀ ਪੋਟਲੀ ਲਾ। ਅਗਲਾ ਸ਼ਬਦ ਅਸੀਂ ਲੈ ਰਹੇ ਹਾਂ ਪੂਜਾ। ਆਪਣੇ ਇਸ਼ਟ ਪ੍ਰਤੀ ਜਾਂ ਇਸ਼ਟ ਵੱਲ ਨੂੰ ਸ਼ਰਧਾ ਭਾਵਨਾ ਜਾਂ ਸਤਿਕਾਰ ਪ੍ਰਗਟਾਉਣ ਦੀ ਜਿਹੜੀ ਕਿਰਿਆ ਕਹਿੰਦੇ ਉਹਨੂੰ ਪੂਜਾ ਕਿਹਾ ਜਾਂਦਾ ਹੈ। ਆਪਣੇ ਇਸ਼ਟ ਦੇ ਲਈ ਇਹ ਸ਼ਰਧਾ ਭਾਵਨਾ ਜਾਂ ਸਤਿਕਾਰ ਦੱਸਣ ਦੇ ਲਈ ਜੋ ਕਿਰਿਆ ਕੀਤੀ ਜਾਂਦੀ ਹੈ ਉਹਨੂੰ ਪੂਜਾ ਕਿਹਾ ਜਾਂਦਾ ਹੈ। ਸਾਡੇ ਗੁਆਂਢੀ ਮੱਤ ਸਨਾਤਨੀ ਮੱਤ ਵਿੱਚ ਕਿਉਂਕਿ ਦੇਵਤੇ ਨੂੰ ਸਾਕਾਰ ਰੂਪ ਵਿੱਚ, ਪ੍ਰਤੱਖ ਰੂਪ ਵਿੱਚ ਕਲਪਿਆ ਜਾਂਦਾ ਸੀ, ਇਸ ਲਈ ਮਾਨਸਿਕ ਪੂਜਾ ਪਾਤਰ ਤੋਂ ਇਲਾਵਾ ਬਾਹਰਲੇ ਕਰਮਕਾਂਡ ਕਰਕੇ ਵੀ ਉਹਨੂੰ ਪੂਜਿਆ ਜਾਂ ਉਹਨੂੰ ਯਾਦ ਕੀਤਾ ਜਾਂਦਾ, ਜਦੋਂ ਆਰਾਧਨਾ ਕੀਤੀ ਜਾਂਦੀ ਹੈ। 16 ਭੇਦ ਪੂਜਾ ਦੇ ਦੱਸੇ ਗਏ ਹਨ। ਇਹ ਆਵਾਹਨ, ਆਸਨ, ਪਾਦਿਆ, ਅਰਗ, ਆਚਮਨ, ਇਸ਼ਨਾਨ, ਬਸਤਰ, ਜਨੇਊ, ਸੁਗੰਧ, ਪੁਸ਼ਪ, ਧੂਪ, ਦੀਪ, ਭੋਜਨ, ਭੇਟਾ, ਵਾਰੇ ਜਾਣਾ ਤੇ ਬਿਰਾਜਮਾਨ ਕਰਨਾ। ਆ ਜਿਹੜੀ ਬਿਰਾਜਮਾਨ ਕੀਤੀ ਹੈ ਇਹ ਮੂਰਤੀ ਪੂਜਾ ਦਾ ਇੱਕ ਕੰਮ ਹੈ, ਜਿਹਦੇ ਚ ਪ੍ਰਾਣ ਪਾ ਦੇਣੇ, ਨਾ ਪ੍ਰਾਣ ਪੈਂਦੇ ਨੇ, ਨਾ ਇਸ ਢੰਗ ਨਾਲ ਹੁੰਦਾ। ਲੇਕਿਨ ਇਹ ਬਿਰਾਜਮਾਨ ਕਰਨਾ, ਸਥਾਪਨ ਕਰਨਾ ਜਾਂ ਸਥਾਪਿਤ ਕਰਨਾ, ਜੋ ਲਫ਼ਜ਼ ਮਰਜ਼ੀ ਅਸੀਂ ਵਰਤ ਲਈਏ, ਇਹ ਮੂਰਤੀ ਲਈ ਕੀਤਾ ਜਾਂਦਾ ਹੈ। ਇੱਕ ਦੇਵਤੇ ਨੂੰ ਬੁਲਾਉਣ ਤੋਂ ਲੈ ਕੇ ਉਹਦੇ ਹੱਥ ਮੂੰਹ ਧੁਆਉਣ ਜਾਂ ਉਹਨੂੰ ਖੁਸ਼ਬੂ ਦੇਣ ਦੇ ਲਈ ਸੁਗੰਧਿਤ ਕਰਨ ਤੇ ਆਪਣੇ ਆਸਨ ਤੇ ਬਿਰਾਜਮਾਨ ਦੀ ਤੱਕ ਦੀ ਇਹ ਕਿਰਿਆ ਇਹਨੂੰ ਪੂਜਾ ਕਿਹਾ ਜਾਂਦਾ ਹੈ। ਭਾਵ ਇਹਦਾ ਇਹ ਹੈ ਕਿ ਉਹਦੀ ਖੁਸ਼ੀ ਲੈਣ ਲਈ ਭਗਤੀ ਭਾਵ ਨਾਲ ਹਰ ਗੱਲ ਕਰਨੀ ਤੇ ਜਿਵੇਂ ਕਿਵੇਂ ਵੀ ਆਪਣੇ ਇਸ਼ਟ ਨੂੰ
ਖੁਸ਼ ਕਰਨਾ, ਜਿਵੇਂ ਕਿਵੇਂ ਆਪਣੇ ਇਸ਼ਟ ਨੂੰ ਖੁਸ਼ ਕਰਨਾ। ਗੁਰੂ ਸਾਹਿਬ ਜੀ ਨੇ, ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਤੇ ਪੂਜਾ ਨੂੰ ਇਸ ਢੰਗ ਨਾਲ ਨਹੀਂ ਵਰਤਿਆ, ਨਾ ਹੀ ਪੂਜਾ ਨੂੰ ਇਸ ਢੰਗ ਦੇ ਨਾਲ ਇਸਤੇਮਾਲ ਕੀਤਾ ਹੈ, ਨਾ ਹੀ ਪੂਜਾ ਸ਼ਬਦ ਨੂੰ ਇਸ ਢੰਗ ਨਾਲ ਵਰਤਿਆ ਗਿਆ ਹੈ। ਜੇ ਅਸੀਂ ਪੂਜਾ ਦੀ ਗੱਲ ਕਰਦੇ ਹਾਂ ਤਾਂ ਗੁਰੂ ਸਾਹਿਬ ਨੇ ਜਿਹੜਾ ਪੂਜਾ ਸ਼ਬਦ ਵਰਤਿਆ, ਉਹ ਕਹਿੰਦੇ ਨੇ ਪ੍ਰਮਾਤਮਾ ਦੀ ਬੰਦਗੀ ਹੀ ਪੂਜਾ ਹੈ, ਪ੍ਰਮਾਤਮਾ ਦੀ ਯਾਦ ਹੀ ਪੂਜਾ ਹੈ। ਪ੍ਰਮਾਤਮਾ ਦੀ ਯਾਦ ਤੋਂ ਬਿਨਾਂ ਹੋਰ ਕੋਈ ਕਰਮ ਜਿਹੜਾ ਹੈ ਉਹ ਸਾਨੂੰ ਪ੍ਰਮਾਤਮਾ ਦੇ ਦਰ ਤੇ ਸੁਰਖਰੂ ਨਹੀਂ ਕਰ ਸਕਦਾ। ਤੋ ਸਤਿਗੁਰੂ ਜੀ ਨੇ ਜਿਹੜਾ ਸ਼ਬਦ, ਇੱਕ ਗੂਜਰੀ ਰਾਗ ਦਾ ਸ਼ਬਦ ਆਉਂਦਾ ਹੈ, ਉਹਨੂੰ ਅਸੀਂ ਜੇ ਪੜਾਂਗੇ ਤਾਂ ਸਾਨੂੰ ਸਾਰੀ ਸਮਝ ਆ ਜਾਏਗੀ। ਉੱਥੇ ਪੂਜਾ ਦੀ ਗੱਲ ਜਿਹੜੀ ਸਾਨੂੰ ਵਿਧੀ ਵਿਧਾਨ ਦੱਸਿਆ, ਉਹਦੇ 'ਚ ਸਤਿਗੁਰੂ ਕਹਿੰਦੇ, ਤੇਰਾ ਨਾਮ ਕਰੀ ਚਰਨਾਠੀਆ, ਜੇ ਮਨ ਉਰਸਾ ਹੋਏ, ਕਰਨੀ ਕੁੰਗੂ ਜੇ ਰਲੇ, ਕੱਢ ਅੰਤਰ ਪੂਜਾ ਹੋਏ, ਪੂਜਾ ਕੀਚੈ ਨਾਮ ਧਿਆਈਏ, ਬਿਨ ਨਾਮੇ ਪੂਜ ਨਾ ਹੋਏ। ਇਹ ਪੂਜਾ ਦੀ ਪਰਿਭਾਸ਼ਾ ਹੈ। ਪੂਜਾ ਕੀ ਹੈ? ਵਾਹਿਗੁਰੂ ਦੇ ਨਾਮ ਵਿੱਚ ਜੁੜਨਾ। ਨਾਮ ਤੋਂ ਬਿਨਾਂ ਹੋਰ ਸਾਰੇ ਕਰਮ ਕਾਂਡ ਵਿਅਰਥ ਹਨ। ਬਿਨ ਨਾਮੇ ਪੂਜ ਨਾ ਹੋਏ, ਇਹ ਪੂਜਾ ਨਹੀਂ ਹੈ, ਇਹ ਬਾਹਰਲਾ ਦਿਖਾਵਾ ਹੈ, ਪਖੰਡ ਹੈ। ਨਾਮ ਪੂਜਾ ਕੀਚੈ, ਨਾਮ ਧਿਆਈਏ। ਤੇ ਫਿਰ ਕਹਿੰਦੇ, ਬਾਹਰ ਦੇ ਪਖਾਲੀਏ, ਜੇ ਮਨ ਧੋਵੇ ਕੋਏ, ਝੂਠ ਲਹੇ ਜਿਉ ਮਾਂਜੀਐ, ਮੋਖ ਪਿਆਰਾ ਹੋਏ, ਪਸ਼ੂ ਮਿਲੇ ਚੰਗਿਆਈਆਂ, ਖੜ ਖਾਵੇਂ ਅੰਮ੍ਰਿਤ ਦੇ, ਨਾਮ ਵੀ ਹੁਣੇ ਆਦਮੀ, ਤ੍ਰਿਗ ਜੀਵਨ ਕਰਮ ਕਰੇ। ਨੇੜਾ ਹੈ ਦੂਰ ਨਾ ਜਾਣਿਓ, ਨਿਤ ਸਾਰੇ ਸੰਭਾਲੇ, ਜੋ ਦੇਵੇ ਸੋ ਖਾਵਨਾ, ਕਹੋ ਨਾਨਕ ਸਾਚਾ ਹੈ। ਤੋ ਇਹ ਪੂਜਾ ਦੀ ਗੱਲ ਜਿਹੜੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਕੀਤੀ, ਉਹ ਬੜੀ ਕਮਾਲ ਦੀ ਹੈ। ਕਹਿੰਦੇ ਵੀ ਜੇ ਤੇਰੇ ਨਾਮ ਦੀ ਯਾਦ ਨੂੰ ਮੈਂ ਚੰਦਨ ਦੀ ਲੱਕੜੀ ਬਣਾ ਲਵਾਂ, ਤੁਸੀਂ ਚੰਦਨ ਨੂੰ ਪਵਿੱਤਰ ਕਰਕੇ ਭੇਟਾ ਕਰਦੇ ਹੋ, ਤਾਂ ਇਹ ਤੇਰੀ ਯਾਦ ਨਾਮ ਨੂੰ, ਤੇਰੇ ਨਾਮ ਦੀ ਯਾਦ ਨੂੰ ਆਪਣੇ ਮਨ 'ਚ ਪੱਕਾ ਕਰਕੇ ਉਹੀ ਚੰਦਨ ਦੀ ਲੱਕੜੀ ਸਮਝ ਲਵਾਂ। ਜੇ ਮੇਰਾ ਮਨ ਉਸ ਚੰਦਨ ਦੀ ਲੱਕੜੀ ਨੂੰ ਘਿਸਾਉਣ ਵਾਸਤੇ, ਜੇ ਚੰਦਨ ਦੀ ਲੱਕੜੀ ਘਿਸਾ ਕੇ ਉਹ ਕੀਤੀ ਜਾਂਦੀ, ਉਹ ਇੱਕ ਸਿੱਲ ਬਣ ਜਾਏ, ਚਰਨਾਠੀਆ ਤੇਰਾ ਨਾਮ ਕਰੀ ਚਰਨਾਠੀਆ, ਜੇ ਮਨ ਉਰਸਾ ਹੋਏ, ਉਰਸਾ ਮਤਲਬ ਸਿੱਲ ਬਣ ਜਾਏ। ਜੇ ਮੇਰਾ ਉੱਚਾ ਕਿਰਦਾਰ, ਉੱਚਾ ਕਰੈਕਟਰ ਇਹ ਕੇਸਰ ਬਣ ਕੇ ਇਹਨਾਂ ਦੇ ਨਾਲ ਰਲ ਜਾਏ, ਤਾਂ ਤੇਰੀ ਪੂਜਾ ਹਿਰਦੇ ਵਿੱਚ ਅੰਦਰ ਹੋਏਗੀ। ਬਾਹਰਲੀ ਪੂਜਾ ਦਾ ਗੁਰੂ ਸਾਹਿਬ ਨੇ ਕਿਤੇ ਪ੍ਰਵਾਨ ਨਹੀਂ ਕੀਤੀ। ਕਹਿਣ ਲੱਗੇ, ਤੇਰਾ ਨਾਮ ਮੇਰੇ ਲਈ ਚੰਦਨ ਬਣ ਜਾਏ, ਜੇ ਮੇਰਾ ਮਨ ਤੇ ਉਰਸਾ ਬਣ ਜਾਏ, ਜੇ ਮੇਰਾ ਉੱਚਾ ਕਿਰਦਾਰ ਕੇਸਰ ਬਣ ਜਾਏ, ਤਾਂ ਤੇਰੀ ਪੂਜਾ ਸਮਝ ਮੇਰੇ ਹਿਰਦੇ 'ਚ ਹੋਏਗੀ, ਤਾਂ ਪੂਜਾ ਹੋਏਗੀ। ਪ੍ਰਮਾਤਮਾ ਨੂੰ ਪੂਜਾ ਕੀਚੇ, ਨਾਮ ਧਿਆਈਏ। ਪ੍ਰਮਾਤਮਾ ਨੂੰ ਯਾਦ ਕਰਨਾ ਚਾਹੀਦਾ ਹੈ। ਇਹ ਨਾਮ ਧਿਆਉਣਾ ਹੀ ਇਹ ਉਹਦੀ ਪੂਜਾ ਹੈ। ਇਹੀ ਪੂਜਾ ਕਰਨੀ ਚਾਹੀਦੀ ਹੈ। ਪੂਜਾ ਕੀਚੇ, ਕਿਹੜੀ ਪੂਜਾ ਕਰੀਏ? ਨਾਮ ਧਿਆਈਏ। ਪ੍ਰਮਾਤਮਾ ਦੇ ਨਾਮ ਦੀ ਯਾਦ ਹੀ ਪੂਜਾ ਹੈ। ਪ੍ਰਮਾਤਮਾ ਦੇ ਨਾਮ ਸਿਮਰਨ ਤੋਂ ਬਿਨ ਨਾਮੇ ਪੂਜ ਨਾ ਹੋਈ। ਉਹਦੀ ਯਾਦ ਤੋਂ ਬਿਨਾਂ ਹੋਰ ਕੋਈ ਪੂਜਾ ਹੈ ਹੀ ਨਹੀਂ। ਫਿਰ ਕਹਿੰਦੇ, ਜੇ ਬਾਹਰ ਦੇਵੀ ਦੇਵਤਿਆਂ ਦੇ ਇਸ਼ਨਾਨ ਕਰਾ ਰਹੀਏ, ਤਿਵੇਂ ਜੇ ਕੋਈ ਮਨੁੱਖ ਆਪਣੇ ਮਨ ਨੂੰ ਯਾਦ ਨਾਲ ਧੋ ਦੇਵੇ, ਉਸ ਪ੍ਰਮਾਤਮਾ ਦੀ ਸਿਮਰਨ ਨਾਲ ਧੋ ਦੇਵੇ, ਤਾਂ ਉਸਦੇ ਮਨ ਤੋਂ ਵਿਕਾਰਾਂ ਦੀ ਮੈਲ ਲੱਥ ਜਾਂਦੀ ਹੈ। ਜਿਵੇਂ ਬਾਹਰਲਾ ਇਸ਼ਨਾਨ ਕਰਾਉਣ ਲਈ ਬਾਹਰਲੀ ਮੈਲ ਲਾਈ ਜਾਂਦੀ ਹੈ ਮੂਰਤੀਆਂ ਦੀ, ਜੇ ਅਸਲ ਵਿੱਚ ਅੰਦਰ ਦੀ ਮੈਲ ਲਾਣੀ ਹੈ, ਤਾਂ ਫਿਰ ਮਨ ਦੇ ਵਿਕਾਰਾਂ ਦੀ ਮੈਲ ਲਾਉਣੀ ਹੈ, ਤਾਂ ਫਿਰ ਯਾਦ ਵੀ ਜੁੜਨਾ ਪਏਗਾ। ਉਹਦੀ ਜਿੰਦ ਸ਼ੁੱਧ ਪਵਿੱਤਰ ਹੋ ਜਾਂਦੀ ਹੈ, ਜਿਹਦੇ ਜੀਵਨ ਵਿੱਚ ਵਿਕਾਰਾਂ ਦਾ ਬੋਲਬਾਲਾ ਖਤਮ ਹੋ ਜਾਂਦਾ ਹੈ। ਅਸਲ ਵਿੱਚ ਉਹ ਪਵਿੱਤਰਤਾ ਬਾਹਰੀ ਇਸ਼ਨਾਨ ਨਾਲ ਨਹੀਂ ਹੋਣੀ। ਪਵਿੱਤਰਤਾ ਜਿਹੜੀ ਹੈ ਉਹ ਪਰਮ ਪਿਤਾ ਪਰਮੇਸ਼ਰ ਦੀ ਯਾਦ ਨਾਲ ਹੋਣੀ ਹੈ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ, ਜਦੋਂ ਅਸੀਂ ਇੱਕ ਹੋਰ ਸ਼ਬਦ ਪੜ੍ਹਦੇ ਹਾਂ, ਉਹ ਤਾਂ ਹੋਰ ਕਮਾਲ ਦਾ ਹੈ, ਜਿਹਦੇ 'ਚ ਕਹਿੰਦੇ, ਹਰ ਬਿਨ ਸਭ ਕੁਛ ਮੈਲਾ ਸੰਤੋ। ਜਦ ਪਰਮਾਤਮਾ ਦੇ ਨਾਮ ਤੋਂ ਬਿਨਾਂ ਤਾਂ ਹਰ ਚੀਜ਼ ਮੈਲੀ ਨਜ਼ਰ ਆਉਂਦੀ ਹੈ। ਇਹ ਸ਼ਬਦ ਸਤਿਗੁਰੂ ਜੀ ਦਾ ਰਾਮਕਲੀ ਰਾਗ ਦੇ ਵਿੱਚ ਆਉਂਦਾ ਹੈ ਕਿ ਪ੍ਰਮਾਤਮਾ ਦੀ ਯਾਦ ਤੋਂ ਬਿਨਾਂ ਸਭ ਕੁਛ ਮੈਲਾ ਹੈ। ਕਿਆਹੋਂ ਪੂਜ ਚੜਾਈ, ਕੀ ਪੂਜਾ ਕਰਾਂ, ਕੀ ਚੜਾਵਾਂ। ਹਰ ਸਾਚੇ ਭਾਵੇ ਸਭ ਪੂਜਾ ਹੋਵੇ, ਭਾਣਾ ਮਨ ਵਸਾਈ। ਅਸਲ ਵਿੱਚ ਪ੍ਰਮਾਤਮਾ ਦੀ ਯਾਦ ਤੋਂ ਬਿਨਾਂ ਤਾਂ ਕਹਿੰਦੇ ਗੁਸਾਈ ਸਭ ਕੁਛ ਮੈਲਾ, ਤੇ ਮੈਂ ਕਿਹਨੂੰ ਪੂਜ ਚੜਾਵਾਂ, ਮੈਂ ਕਿਹਦੀ ਪੂਜਾ ਕਰਾਂ, ਮੈਂ ਕਿਹਦੇ ਨਾਲ ਜੁੜਾਂ, ਕਿਹਦੇ ਨਾਲ ਕਰਾਂ। ਇਹ ਸਵਾਲ ਸਾਡੇ ਅੱਗੇ ਸਾਥੀਓ ਰੱਖ। ਭਾਵ ਪ੍ਰਮਾਤਮਾ ਦੀ ਯਾਦ ਤੋਂ ਬਿਨਾਂ ਪੂਜਾ ਹੋ ਹੀ ਨਹੀਂ ਸਕਦੀ। ਹਰ ਕੀ ਪੂਜਾ ਦੁਲੰਭ ਹੈ ਸੰਤੋ, ਕਹਿਣਾ ਕਛੂ ਨਾ ਜਾਈ। ਸੰਤੋ ਗੁਰਮੁਖ ਪੂਰਾ ਪਾਈ, ਨਾਮੋ ਪੂਜ ਕਰਾਈ। ਹਰ ਬਿਨ ਸਭ ਕੁਛ ਮੈਲਾ ਸੰਤੋ, ਕਿਆ ਹੋ ਪੂਜ ਚੜਾਈ। ਹਰ ਸਾਚੇ ਭਾਵੇ ਸਭ ਪੂਜਾ ਹੋਵੇ, ਭਾਣਾ ਮਨ ਵਸਾਈ।
ਪੂਜਾ ਕਰੇ ਸਭ ਲੋਕ ਸੰਤੋ ਮਨਮੁਖ ਥਾਏ ਨਾ ਪਾਈ। ਸ਼ਬਦ ਮਰੇ ਮਨ ਨਿਰਮਲ ਸੰਤੋ ਇਹ ਪੂਜਾ ਥਾਏ ਪਾਈ। ਮੈਂ ਫਿਰ ਬੇਨਤੀ ਕਰ ਰਿਹਾ, ਸ਼ਬਦ ਮਰੇ ਮਨ ਨਿਰਮਲ ਸੰਤੋ ਇਹ ਪੂਜਾ ਥਾਏ ਪਾਈ। ਪਵਿੱਤ ਪਾਵਨ ਸੇ ਜਨ ਸਾਚੇ ਏਕ ਸ਼ਬਦ ਲਿਵ ਲਾਈ। ਬਿਨ ਨਾਵੇਂ ਹੋਰ ਪੂਜ ਨਾ ਹੋਵੇ ਭਰਮ ਭੂਲੀ ਲੋਕਾਈ। ਇਦੋਂ ਬਾਅਦ ਸਪਸ਼ਟ ਕੀ ਗੱਲਾਂ ਹੋ ਸਕਦੀਆਂ ਨੇ। ਫਿਰ ਵੀ ਅਸੀਂ ਤਸਵੀਰਾਂ ਨੂੰ ਪੂਜੀ ਜਾਈਏ, ਫਿਰ ਵੀ ਅਸੀਂ ਦੁਕਾਨ ਖੋਲ੍ਹਣ ਲੱਗਿਆਂ ਅਗਰਬੱਤੀ ਲੈ ਕੇ ਧੂਫਾਂ ਦੇਈ ਚੱਲੀਏ, ਫਿਰ ਵੀ ਅਸੀਂ ਹਾਰ ਚੜਾਈ ਚੱਲੀਏ, ਫਿਰ ਵੀ ਅਸੀਂ ਘਰਾਂ ਵਿੱਚ ਤਸਵੀਰਾਂ ਰੱਖ ਕੇ ਉਹਨਾਂ ਨੂੰ ਮੱਥਾ ਟੇਕੀਏ। ਕਹੇ ਜੀ ਨਹੀਂ ਨਹੀਂ, ਗੁਰੂ ਦੀ ਯਾਦ ਆ ਜਾਂਦੀ ਹੈ। ਗੁਰੂ ਨੇ ਤਾਂ ਬੜੀਆਂ ਗੱਲਾਂ ਕਲੀਅਰ ਕਰ ਦਿੱਤੀਆਂ। ਉਹ ਪਿਆਰਿਓ ਕਹਿੰਦੇ ਨੇ ਸਤਿਗੁਰੂ, ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਉਹੀ ਬੰਦਾ ਸਾਰੇ ਗੁਣਾਂ ਨਾਲ ਭਰਪੂਰ ਉਸ ਪਰਮਾਤਮਾ ਨੂੰ ਲੱਭ ਲੈਂਦਾ ਹੈ। ਨਾਮ ਜਪੋ, ਭਾਵ ਯਾਦ ਕਰੋ। ਗੁਰੂ ਇਹੀ ਪੂਜਾ ਪੱਕੀ ਕਰਾਉਂਦਾ ਹੈ, ਗੁਰੂ ਇਹੀ ਪੂਜਾ ਦੱਸਦਾ ਹੈ। ਇਹ ਪਿਆਰਿਓ, ਪਰਮਾਤਮਾ ਦੀ ਪੂਜਾ ਭਗਤੀ ਬੜੀ ਔਖੇ ਢੰਗ ਨਾਲ ਮਿਲਦੀ ਹੈ। ਆਹ ਕਰਮ ਕਾਂਡ ਤੱਕ ਬੜੇ ਸੌਖੇ ਨੇ। ਨਹਾਏ, ਇਸ਼ਨਾਨ ਕਰਿਆ, ਉੱਥੇ ਮੱਥਾ ਟੇਕਿਆ, ਉਹ ਤਾਂ ਬੜਾ ਸੌਖਾ ਕੰਮ ਹੈ। ਪ੍ਰਭੂ ਦੀ ਪੂਜਾ ਹਰ ਬਿਨ ਹਰ ਕੀ ਪੂਜਾ ਦੁਰਲੱਭ ਹੈ। ਕਿਵੇਂ ਆ? ਕਹਿੰਦੇ ਇਹਦੇ ਬਾਅਦ ਕੋਈ ਦੱਸੇ ਨਹੀਂ ਜਾ ਸਕਦਾ ਕਿੰਨੀ ਔਖੀ ਹੈ। ਉਹਦੀ ਪੂਜਾ ਕਿੰਨੀ ਦੁਰਲੱਭ ਹੈ। ਉਹ ਲੋਕੋ, ਇਹ ਦੁਨੀਆ ਦੇ ਲੋਕੋ ਗੱਲ ਸੁਣੋ, ਲੋਕ ਫੁੱਲ ਪੱਤਰਾਂ ਨਾਲ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਹਨ, ਪਰ ਇਹ ਮੇਰੇ ਪਿਆਰਿਓ, ਪਰਮਾਤਮਾ ਦੀ ਪੂਜਾ ਕਰਨ ਵਾਸਤੇ ਕਿਹੜੀ ਚੀਜ਼ ਉਹਦੇ ਅੱਗੇ ਭੇਟ ਕਰਾਂ, ਮੈਨੂੰ ਕੋਈ ਹੋਰ ਸਮਝ ਨਹੀਂ ਆਉਂਦੀ। ਮੈਂ ਤਾਂ ਇਹ ਕਹਿ ਸਕਦਾ ਹਾਂ ਕਿ ਉਹਦੀ ਯਾਦ ਤੋਂ ਬਿਨਾਂ, ਉਹਦੇ ਨਾਮ ਤੋਂ ਬਿਨਾਂ ਹੋਰ ਕੋਈ ਚੀਜ਼ ਜਿਹੜੀ ਭੇਟਾ ਹੋ ਹੀ ਨਹੀਂ ਸਕਦੀ। ਸਭ ਕੁਝ ਮੈਲਾ ਹੀ ਮੈਲਾ ਹੈ। ਹੁਣ ਅਸੀਂ ਕਰੋੜਾਂ ਦੇ ਫੁੱਲ ਲਿਆ ਕੇ ਗੁਰੂ ਗ੍ਰੰਥ ਸਾਹਿਬ ਅੱਗੇ ਭੇਟਾ ਕਰ ਦਈਏ, ਕੀ ਇਹ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਹੈ ਜਾਂ ਨਿਰਾਦਰ ਹੈ? ਆਪ ਵਿਚਾਰ ਕਰਕੇ ਦੇਖੋ। ਜਗ੍ਹਾ ਨੂੰ ਸੁਗੰਧਿਤ ਕਰਨਾ, ਜਗ੍ਹਾ ਦੀ ਸਫਾਈ ਕਰਨੀ, ਜਿੱਥੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ, ਸਾਫ਼ ਹੋਣੀ ਚਾਹੀਦੀ ਹੈ। ਬਿਲਕੁਲ ਕਲੀਅਰ, ਕ੍ਰਿਸਟਲ ਕਲੀਅਰ ਚੀਜ਼ਾਂ ਚਾਹੀਦੀਆਂ, ਉੱਥੇ ਗੰਦਗੀ ਹੋਣੀ ਨਹੀਂ ਚਾਹੀਦੀ। ਅਸੀਂ ਮੰਨਦੇ ਹਾਂ ਗੱਲ, ਲੇਕਿਨ ਕੇਵਲ ਉਸ ਸਫਾਈ ਦੇ ਨਾਲ ਕੰਮ ਚੱਲ ਜਾਏਗਾ? ਉਸ ਸਫਾਈ ਨਾਲ ਗੱਲ ਨਹੀਂ ਚੱਲਣੀ। ਅੰਦਰ ਦੀ ਸਫਾਈ ਕਰਨੀ ਪੈਣੀ ਹੈ। ਅੰਦਰ ਦੀ ਸਫਾਈ, ਤਾਂ ਅੰਦਰ ਦੀ ਸਫਾਈ ਜਿਹੜੀ ਹੈ ਉਹ ਬੜੀ ਜ਼ਰੂਰੀ। ਉਹ ਹੋਣੀ ਕਾਹਦੇ ਨਾਲ ਹੈ? ਕਹਿੰਦੇ ਨੇ, ਉਹ ਨਾਮ ਤੋਂ ਬਿਨਾਂ ਮੈਨੂੰ ਹੋਰ ਕੋਈ ਚੀਜ਼ ਨਹੀਂ ਲੱਭੀ। ਹਰ ਬਿਨ ਸਭ ਕੁਝ ਮੈਲਾ ਸੰਤੋ, ਸਭ ਕੁਝ ਮੈਲਾ ਹੀ ਮੈਲਾ ਲੱਗਦਾ ਹੈ। ਕੀ ਪੂਜਾ ਕਰਾਂ, ਕੀ ਚੜਾਵਾਂ, ਕੀ ਉਹਦੇ ਅੱਗੇ ਰੱਖਾਂ, ਕੀ ਕਰਾਂ? ਸਤਿਗੁਰੂ ਜੀ ਨੇ ਇਸ ਸ਼ਬਦ ਰਾਹੀਂ ਸਾਨੂੰ ਪੂਜਾ ਦਾ ਵਿਧੀ ਵਿਧਾਨ ਜਿਹੜਾ ਸੀ ਉਹ ਦੱਸ ਦਿੱਤਾ। ਤਾਂ ਅਸੀਂ ਪੂਜਾ ਜਿਹੜੀ ਹੈ ਉਹ ਪਰਮ ਪਿਤਾ ਪਰਮੇਸ਼ਰ ਦੇ ਯਾਦ ਦੀ ਕਰਨੀ ਹੈ। ਅਸੀਂ ਜਿਹੜੀ ਪੂਜਾ ਕਰਨੀ ਹੈ ਉਹ ਪਰਮ ਪਿਤਾ ਪਰਮੇਸ਼ਰ ਦੇ ਰੰਗ ਵਿੱਚ ਜੁੜ ਕੇ ਕਰਨੀ ਹੈ। ਤਾਂ ਸਾਡੇ ਮੱਤ ਵਿੱਚ, ਸਾਡੇ ਇਜ਼ਮ ਵਿੱਚ ਇਹ ਪੂਜਾ ਜਿਹੜੀ ਬਾਹਰੀ ਦਿਖਾਵੇ ਦੀ ਪੂਜਾ ਪਰਵਾਰ ਨਹੀਂ ਹੈ। ਬੇਸ਼ੱਕ ਲੱਗਦਾ ਇਹੋ ਹੀ ਹੈ ਵੀ ਅਸੀਂ ਵੀ ਗੁਰੂ ਗ੍ਰੰਥ ਸਾਹਿਬ ਦੀ ਅੱਜ ਪੂਜਾ ਬਾਹਰ ਦੇ ਤੌਰ ਤੇ ਕਰਦੇ ਹਾਂ। ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨੂੰ ਸਤਿਕਾਰ ਦੇਣਾ, ਸ਼ਬਦ ਨੂੰ ਸਮਝਣਾ, ਸ਼ਬਦ ਨੂੰ ਪੜ੍ਹਨਾ, ਇਹ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਜਾਂ ਪੂਜਾ ਦੇ ਦੋ ਪੱਖ ਹਨ। ਇੱਕ ਬਾਹਰੀ ਪੱਖ ਹੈ, ਇੱਕ ਅੰਤਰ ਪੱਖ ਹੈ। ਬਾਹਰੀ ਪੂਜਾ ਸਫਾਈ ਨਾਲ ਸੰਬੰਧਿਤ ਰੱਖਦਾ ਹੈ, ਚੰਗੀ ਚੀਜ਼ ਹੋਣੀ ਚਾਹੀਦੀ ਹੈ, ਲੇਕਿਨ ਚੰਗੀ ਚੀਜ਼ ਤੱਕ ਸੀਮਤ ਅਸੀਂ ਹੋ ਗਏ। ਅਸੀਂ ਚੰਗੀ ਚੀਜ਼ ਤੋਂ ਅੱਗੇ ਨਹੀਂ ਲੰਘ ਸਕੇ ਕਿ ਉਹਦੇ ਵਿੱਚ ਜੋ ਲਿਖੇ ਹੋਏ ਸ਼ਬਦ ਹਨ ਉਹ ਹੋਰ ਕੀਮਤੀ ਹਨ, ਉਹ ਖਜ਼ਾਨਾ ਹਨ, ਉਹ ਰਤਨ ਪਦਾਰਥ, ਉਹ ਸਾਗਰ ਭਰਿਆ ਰਾਮ ਹੈ। ਉਹ ਤਾਂ ਰਤਨਾਂ ਨਾਲ ਭਰਿਆ ਹੋਇਆ ਸਾਗਰ ਹੈ। ਗੁਰ ਸਾਗਰ ਰਤਨੀ ਭਰਪੂਰ ਹੈ, ਅੰਮ੍ਰਿਤ ਸੰਤ ਚੁਗੇ ਨਹੀਂ ਦੂਰੇ। ਪਰ ਦੂਜੇ ਪਾਸੇ ਕਿਆ ਬਗ ਬੱਪੜਾ ਛਪੜੀ ਨਹਾਏ, ਕੀਚੇ ਡੁੱਬੇ ਮੈਲ ਨਾ ਜਾਏ। ਗੁਰੂ ਤਾਂ ਇਹ ਗੱਲ ਵੀ ਸਾਨੂੰ ਸਮਝਾਉਂਦੇ ਨੇ। ਇਸ ਵਾਸਤੇ ਪੂਜਾ ਦੀ ਗੱਲ ਅਸੀਂ ਜਦੋਂ ਕਰਦੇ ਹਾਂ, ਸਾਨੂੰ ਇਹਨਾਂ ਫੋਕਟ ਚੀਜ਼ਾਂ ਤੋਂ ਬਾਹਰ ਨਿਕਲਣ ਦੀ ਲੋੜ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਹੋਰ ਚੀਜ਼ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਹੋਰ ਚੀਜ਼ ਹੈ। ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਦੇ ਹਾਂ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ ਵਾਂਗੂ, ਮੂਰਤੀ ਵਾਂਗੂ ਪੂਜਾ ਨਹੀਂ ਕਰਦੇ। ਇਹ ਗੱਲ ਖਿਆਲ ਕਰਨਾ, ਸਮਝ ਲੈਣਾ, ਕਿਉਂਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜੋਤ ਸਰੂਪ ਸਤਿਗੁਰੂ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇਹ ਸਰੂਪ ਸਤਿਗੁਰੂ ਨਹੀਂ ਹਨ। ਇਹ ਭੁਲੇਖਾ ਸਾਨੂੰ ਪ੍ਰਗਟ ਗੁਰਾਂ ਕੀ ਦੇਹ ਤੋਂ ਪੈ ਗਿਆ, ਜਦ ਕਿ ਦੋਹਰੇ ਨੂੰ ਵੀ ਮੂਰਖ ਜੋੜ ਕੇ ਅਸੀਂ ਲੋਕਾਂ ਦੇ ਸਾਹਮਣੇ ਰੱਖ ਦਿੱਤਾ, ਜਦ ਕਿ ਪੰਥ ਖਾਲਸਾ ਉੱਥੇ ਹੈ। ਪੰਥ ਖਾਲਸਾ ਮਾਨਿਓ ਪ੍ਰਗਟ ਗੁਰਾਂ ਕੀ ਦੇਹ। ਤਾਂ ਇਹ ਅਸੀਂ ਜਿਹੜੀਆਂ ਹੋ ਗਈਆਂ ਤਬਦੀਲੀਆਂ ਜਾਂ ਹੋ ਗਈਆਂ ਮਿਲਾਵਟਾਂ ਦੇ ਨਾਲ
ਸਾਨੂੰ ਜ਼ਰੂਰ ਖਿਆਲ ਕਰਨਾ ਪਏਗਾ। ਅਦਰਵਾਈਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਗਰ ਅਸੀਂ ਦੇਹ ਮੰਨਾਂਗੇ ਤਾਂ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਇਸ਼ਨਾਨ ਕਰਾਉਣਾ ਵੀ ਜ਼ਰੂਰੀ ਹੋ ਜਾਏਗਾ। ਫਿਰ ਤਾਂ ਜੋ ਕਿਰਿਆ ਕਰਮ ਅਸੀਂ ਕਰਦੇ ਹਾਂ, ਦੇਹ ਕਰਦੀ ਹੈ, ਉਹ ਵੀ ਕਰਨੀ ਹੋਏਗੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਲਿਖੇ ਹੋਏ ਪਾਵਨ ਬਚਨਾਂ ਨੂੰ ਪੜ੍ਹ ਕੇ, ਵਿਚਾਰ ਕਰਕੇ, ਜੀਵਨ ਤੇ ਅਮਲ ਕਰਕੇ, ਜੀਵਨ ਨੂੰ ਸ਼ਿੰਗਾਰ ਕੇ ਅਸਲ ਵਿੱਚ ਪੂਜਾ ਹੈ। ਤੋ ਸਾਡੇ ਅੰਦਰ ਧਰਮ ਦੇ ਵਿੱਚ ਪੂਜਾ ਦਾ ਸੰਕਲਪ ਜਿਹੜਾ ਹੈ ਦੂਜੇ ਧਰਮਾਂ ਨਾਲੋਂ ਬਿਲਕੁਲ ਵੱਖਰਾ, ਅਲੱਗ ਹੈ। ਪੰਜ ਰਤਨ ਹਿੰਦੂ ਧਰਮ ਸ਼ਾਸਤਰਾਂ ਦੇ ਵਿੱਚ ਮਰੇ ਹੋਏ ਪ੍ਰਾਣੀ ਦੇ ਵਿਭੂਤ ਦੇ ਵਿੱਚ ਪੰਜ ਰਤਨ ਪਾਉਣੇ ਉੱਤਮ ਕਰਮ ਮੰਨਿਆ ਜਾਂਦਾ ਹੈ। ਪੰਜ ਰਤਨ ਕਿਹੜੇ ਨੇ? ਇਹ ਸੋਨਾ, ਹੀਰਾ, ਨੀਲਮ, ਲਾਲ, ਮੋਤੀ, ਇਹ ਪੰਜ ਕਰਮ ਇਹ ਉਹਨਾਂ ਸ਼ਾਸਤਰਾਂ ਨੇ ਮੰਨੇ ਹਨ। ਕੁਝ ਵਿਦਵਾਨ ਇਹ ਕਹਿੰਦੇ ਨੇ ਵੀ ਨਹੀਂ, ਇਹ ਪੰਜ ਰਤਨ ਜਿਹੜੇ ਸੋਨਾ, ਚਾਂਦੀ, ਤਾਂਬਾ, ਮੋਤੀ ਤੇ ਮੂੰਗਾ ਜਿਹੜਾ ਹੈ ਇਹ ਹਨ। ਤੁਲਸੀਦਾਸ ਜੀ ਦੀ ਅਧਿਆਤਮਿਕ ਦ੍ਰਿਸ਼ਟੀ ਤੋਂ ਪੰਜ ਰਤਨਾਂ ਦਾ ਵਿਵਰਣ ਜਿਹੜਾ ਹੈ ਉਹਨਾਂ ਨੇ ਕੀਤਾ ਹੈ। ਤੁਲसी जहाँ संसार में पांच रत्न है सार, साध मिलन और हर भजन दया दान उपकार। ਇਹ ਹਨ ਹਿੰਦੂ ਮਤ ਦੀ ਗੱਲਬਾਤ ਵੀ ਉਹ ਮਰਨ ਵੇਲੇ ਪੰਜ ਰਤਨ ਉਹਦੇ ਮੂੰਹ 'ਚ ਪਾਏ ਜਾਂਦੇ ਹਨ ਤਾਂ ਉਹਦੀ ਮੁਕਤੀ ਹੋ ਜਾਂਦੀ। ਸਿੱਖ ਧਰਮ ਵਿੱਚ ਇਹ ਬਿਲਕੁਲ ਹੀ ਇਹ ਗੱਲ ਹੈ ਨਹੀਂ। ਇੱਥੇ ਜਿਹਾ ਬੀਜੇ ਸੋ ਲੁਣੇ ਕਰਮਾਂ ਸੰਦੜਾ ਖੇਤ ਹੈ। ਜਿਹੋ ਜਿਹਾ ਮਨੁੱਖ ਕਰਮ ਕਰਦਾ ਹੈ ਉਹੋ ਜਿਹਾ ਉਹਨੂੰ ਫਲ ਮਿਲਦਾ ਹੈ। ਇਹਦੇ ਮੂੰਹ 'ਚ ਰਤਨ ਪਾ ਲਓ, ਇਹਨੂੰ ਸੁੱਟ ਲਓ, ਸਾੜ ਲਓ, ਸੁੱਟ ਦਿਓ, ਦੱਬ ਦਿਓ, ਫੂਕ ਲਓ, ਜੋ ਮਰਜ਼ੀ ਕਰ ਲਓ। ਇਹ ਸਿਰਫ ਸਰੀਰ ਦੇ ਤੱਕ ਸੀਮਤ ਹੈ, ਸਰੀਰ ਸੰਭਾਲਣ ਤੱਕ ਹੈ, ਲਾਸ਼ ਸੰਭਾਲਣ ਤੱਕ ਹੈ, ਤਦ ਕਿ ਉਹ ਗਲਦੀ ਨਾ ਰਹੇ ਔਰ ਸੰਸਾਰ ਵਿੱਚ ਬਿਮਾਰੀਆਂ ਨਾ ਫੈਲ ਜਾਣ। ਹੋਰ ਇਹਦਾ ਕੋਈ ਹੋਰ ਮਕਸਦ ਨਹੀਂ ਹੈ, ਉਹਦੇ ਵੈਲਿਊ ਵੀ ਕੋਈ ਨਹੀਂ ਹੈ ਉਸ ਤੋਂ ਬਾਅਦ। ਪਰ ਸਾਡੇ ਇਹ ਰਤਨਾਂ ਵਾਲੀ ਗੱਲ ਜਿਹੜੀ ਸਿੱਖੀਜ਼ਮ ਵਿੱਚ ਤਾਂ ਬਿਲਕੁਲ ਹੀ ਪ੍ਰਵਾਨ ਨਹੀਂ ਹੈਗੀ ਵੀ ਮਰੇ ਹੋਏ ਪ੍ਰਾਣੀ ਦੇ ਮੂੰਹ ਦੇ ਵਿੱਚ ਰਤਨ ਪਾਓ, ਪੰਜ ਧਾਤਾਂ ਪਾਓ ਤੇ ਉਹ ਚੰਗਾ ਕਰਮ ਮੰਨਿਆ ਜਾਂਦਾ ਹੈ। ਸਾਡੇ ਤਾਂ ਮਤ ਇਹ ਕਹਿੰਦਾ ਹੈ ਵੀ ਜੇ ਇਹਨੂੰ ਵਿਸ਼ਟਾ ਵਿੱਚ ਰਲਾ ਦਿਓ ਇਹਦਾ ਕੋਈ ਘੱਟ ਨਹੀਂ ਜਾਣਾ ਮ੍ਰਿਤਕ ਨੂੰ, ਤੇ ਚੰਦਨ ਚੜਾ ਦਿਓ ਤੇ ਤਾਂ ਵੱਧ ਕੁਛ ਨਹੀਂ ਜਾਣਾ, ਕਿਉਂਕਿ ਮ੍ਰਿਤਕ ਹੈ। ਮ੍ਰਿਤਕ ਆਪਣੀ ਮਰਜ਼ੀ ਨਾਲ ਹਿੱਲ ਨਹੀਂ ਸਕਦਾ, ਮ੍ਰਿਤਕ ਆਪਣੀ ਮਰਜ਼ੀ ਨਾਲ ਖਾ ਨਹੀਂ ਸਕਦਾ, ਮ੍ਰਿਤਕ ਆਪਣੀ ਮਰਜ਼ੀ ਨਾਲ ਬੋਲ ਨਹੀਂ ਸਕਦਾ, ਮ੍ਰਿਤਕ ਤਾਂ ਆਪਣੀ ਮਰਜ਼ੀ ਦੇ ਨਾਲ ਹਿਲਦਾ ਵੀ ਨਹੀਂ ਹੈ। ਜਿੱਧਰ ਨੂੰ ਮੂੰਹ ਪਾਸਾ ਪਲਟੋ ਉਧਰ ਨੂੰ ਹੋ ਜਾਂਦਾ। ਮ੍ਰਿਤਕ ਦਾ ਤਾਂ ਕੋਈ ਹੈ ਆਪਣੀ ਸੋਚ ਵੀ ਨਹੀਂ ਹੈ। ਇਹ ਤਾਂ ਸਰੀਰ ਹੈ ਕੇਵਲ ਰਹਿ ਗਿਆ, ਬਾਕੀ ਜਿਹੜੀ ਆਤਮਾ ਸੀ ਜਾਂ ਜੋਤ ਸੀ ਉਹ ਤਾਂ ਅਲੋਪ ਹੋ ਚੁੱਕੀ ਹੈ, ਚਲੀ ਗਈ। ਤੋ ਇਹ ਸਾਡੇ ਮਤ ਦਾ ਜਿਹੜਾ ਸਿਧਾਂਤ ਹੈ ਉਹ ਫਰਕ ਹੈ ਤੇ ਉਹਨਾਂ ਦੇ ਮਤ ਦਾ ਜਿਹੜਾ ਸਿਧਾਂਤ ਹੈ ਉਹ ਫਰਕ ਹੈ। ਇਹ ਥੋੜੀ ਜਿਹੀ ਸਾਨੂੰ ਸਮਝਣ ਦੀ ਲੋੜ ਹੈ, ਜਿਸ ਕਰਕੇ ਮੈਂ ਆਪ ਜੀ ਦੇ ਨਾਲ ਇਹ ਗੱਲ ਕੀਤੀ ਗਈ ਹੈ। ਤੋ ਅੱਜ ਅੰਤਰਰਾਸ਼ਟਰੀ ਭਾਸ਼ਾ ਦਾ ਦਿਨ ਵੀ ਹੈ, ਤਾਂ ਮੈਂ ਥੋੜੀ ਜਿਹੀ ਗੱਲ ਪੰਜਾਬੀ ਭਾਸ਼ਾ ਦੇ ਪਿਛੋਕੜ ਵਾਲੇ ਵੀ ਆਪ ਜੀ ਨਾਲ ਸਾਂਝੀ, ਕਿਉਂਕਿ ਪੱਪੇ ਤੋਂ ਪੰਜਾਬੀ ਵੀ ਅੱਖਰ ਜਿਹੜਾ ਹੈ ਉਹ ਸ਼ੁਰੂ ਹੁੰਦਾ ਹੈ। ਪੰਜਾਬੀ ਭਾਸ਼ਾ ਲਈ ਮੱਧਕਾਲ ਦੇ ਵਿੱਚ ਹਿੰਦੀ ਜਾਂ ਹਿੰਦਵੀ ਸ਼ਬਦ ਵਰਤਿਆ ਜਾਂਦਾ ਰਿਹਾ ਹੈ, ਕਿਉਂਕਿ ਮੁਸਲਮਾਨ ਲੋਕ ਸਪਤ ਸਿੰਧੂ ਦੀ ਥਾਂ ਤੇ ਪੰਜਾਬ ਨੂੰ ਹੈਪਤ ਹਿੰਦੂ ਜਾਂ ਹਿੰਦੂ ਕਹਿੰਦੇ ਸਨ। ਇਸ ਕਾਰਨ ਹਿੰਦੂਆਂ ਦੀ ਭਾਸ਼ਾ ਨੂੰ ਹਿੰਦੀ ਜਾਂ ਹਿੰਦਵੀ ਕਿਹਾ ਜਾਣ ਲੱਗ ਪਿਆ, ਜਿਹੜੀ ਹਿੰਦੂਆਂ ਦੀ ਭਾਸ਼ਾ ਹੈ। ਅਬਦੁਲ ਕਰੀਮ 1675 ਈਸਵੀ, ਹਾਫਿਜ਼ ਮੁਅੱਜ਼ਜ਼ੁਦੀਨ 1677, ਮੌਲਵੀ ਮੁਹੰਮਦ ਮੁਸਲਮ 1836 ਤੇ ਇਮਾਮ ਦੀਨ 1878 ਈਸਵੀ, ਇਹਨਾਂ ਨੇ ਪੰਜਾਬੀ ਭਾਸ਼ਾ ਲਈ ਹਿੰਦੀ ਤੇ ਹਿੰਦਵੀ ਭਾਸ਼ਾ ਦੇ ਸ਼ਬਦਾਂ ਦਾ ਪ੍ਰਯੋਗ ਹੀ ਕੀਤਾ ਹੈ। ਪੰਜਾਬ ਦੀ ਭਾਸ਼ਾ ਵਾਸਤੇ ਪੰਜਾਬੀ ਸ਼ਬਦ ਦਾ ਪ੍ਰਯੋਗ ਹਾਫਿਜ਼ ਬਰਖੁਰਦਾਰ ਨੇ 1670 ਈਸਵੀ ਦੇ ਵਿੱਚ ਕੀਤਾ ਹੈ। ਹਜ਼ਰਤ ਮੁਹੰਮਦ ਦਾ ਫਰਮਾਇਆ, ਇਸ ਵਿੱਚ ਇਹ ਮਸਾਇਲ ਤੁਰਤ ਪੰਜਾਬੀ ਆਪ ਸੁਣਾਵੀ ਜੇ ਕੋ ਹੋਵੇ ਮਾਇਲ। ਤੋ ਇਹ ਜਿਹੜਾ ਸ਼ਬਦ ਹੈ ਇਹ ਮਿਲਦਾ ਹੈ, ਉੱਥੇ ਦਿਖਾਇਆ ਜਾਂਦਾ ਹੈ। ਤੋ ਇਸ ਪੰਜਾਬੀ ਭਾਸ਼ਾ ਦੇ ਇਸ ਖਿੱਤੇ ਨੂੰ ਪੰਜਾਬ ਨਾਮ ਮੁਸਲਮਾਨਾਂ ਨੇ ਹੀ ਦਿੱਤਾ ਲੱਗਦਾ ਹੈ। ਬਹੁਤੇ ਲੋਕ ਇਹ ਨਾਮ ਅਕਬਰ ਦਾ ਦਿੱਤਾ ਹੋਇਆ ਮੰਨਦੇ ਨੇ। ਪੰਜਾਬ ਯੂਨੀਵਰਸਿਟੀ ਪੰਜਾਬੀ ਸਾਹਿਤ ਦਾ ਇਤਿਹਾਸ ਪੰਨਾ ਨੰਬਰ 51 ਦੇ ਉੱਤੇ ਇਸ ਖਿੱਤੇ ਨੂੰ ਦਿੱਤਾ ਗਿਆ ਇਹ ਨਾਮ ਵੱਧ ਤੋਂ ਵੱਧ 600 ਸਾਲ ਪੁਰਾਣਾ ਹੈ। ਪੰਜਾਬ ਦਾ ਜਿਹੜਾ ਨਾਂ ਜਿਹੜਾ ਹੈ ਦਿੱਤਾ ਮਿਲਦਾ ਹੈ।
ਪਰ ਇਸ ਦੇਸ਼ ਵਿੱਚ ਵਸਣ ਵਾਲੇ ਲੋਕ ਤੇ ਉਹਨਾਂ ਦੀ ਬੋਲੀ ਕਈ ਹਜ਼ਾਰ ਸਾਲ ਪੁਰਾਣੀ ਹੈ। ਪੰਜਾਬੀ ਭਾਸ਼ਾ ਵੈਦਿਕ ਤੇ ਪ੍ਰਕਿਰਤਾ ਤੋਂ ਅਪਰੰਪਰ ਭਾਸ਼ਾ ਰਾਹੀਂ ਹੁੰਦੀ ਹੋਈ ਆਪਣੇ ਵਰਤਮਾਨ ਸਰੂਪ ਤੱਕ ਪਹੁੰਚੀ ਹੈ, ਜਿਹੜਾ ਇਹਦਾ ਅੱਜ ਵਰਤਮਾਨ ਸਰੂਪ ਹੈ। ਪੰਜਾਬੀ ਭਾਸ਼ਾ 'ਚ ਵਰਤੇ ਜਾ ਰਹੇ ਅਨੇਕਾਂ ਸ਼ਬਦਾਂ ਦਾ ਉਚਾਰਨ ਸੰਸਕ੍ਰਿਤ ਦੇ ਨਾਲ ਮਿਲਦਾ ਜੁਲਦਾ ਹੈ, ਪਰ ਤਾਂ ਵੀ ਸਮੇਂ-ਸਮੇਂ ਤੇ ਬਹੁਤ ਸਾਰੇ ਵਿਦਵਾਨ ਜਿਹੜੇ ਸਨ, ਉਹਨਾਂ ਦਾ ਮਤ ਹੈ ਕਿ ਪੰਜਾਬੀ ਕੇਵਲ ਸਿੱਖਾਂ ਦੀ ਭਾਸ਼ਾ ਹੈ। ਅਸਲ 'ਚ ਕੋਈ ਵੀ ਭਾਸ਼ਾ ਜਿਹੜੀ ਹੁੰਦੀ ਹੈ, ਉਹ ਮਜ਼੍ਹਬੀ ਨਹੀਂ ਹੁੰਦੀ। ਖਿਆਲ ਕਰਨਾ, ਭਾਸ਼ਾ ਕਦੀ ਮਜ਼੍ਹਬੀ ਨਹੀਂ ਹੁੰਦੀ। ਬੋਲੀ ਉਚਾਰਨ ਤੋਂ ਪੈਦਾ ਹੁੰਦੀ ਹੈ, ਉਤਪੰਨ ਹੁੰਦੀ ਹੈ। ਜਿਸ ਦੇ ਸਥਾਨ ਹਨ ਕੰਠ, ਮੂਰਦਾ, ਤਾਲੂ, ਦੰਦ, ਜੀਭ ਤੇ ਬੁੱਲ ਜਾਂ ਹੋਠ ਅਸੀਂ ਕਹਿ ਲਈਏ, ਇਹਦੇ ਹਨ। ਇਹਨਾਂ ਦੇ ਵਰਤਣ ਨਾਲ ਬੋਲੀ ਜਾਂਦੀ ਹੈ। ਬਹੁਤ ਸਾਰੇ ਦੇਸ਼ਾਂ ਦੇ ਉਚਾਰਨ ਢੰਗ ਵੱਖਰੇ-ਵੱਖਰੇ ਹੁੰਦੇ ਨੇ। ਇਹ ਗੱਲ ਅਸੀਂ ਹੋਰ ਵੀ ਇੱਥੇ ਸਮਝ ਲਈਏ ਕਿ ਹਿੰਦੁਸਤਾਨ ਦੀ ਹਰ ਭਾਸ਼ਾ ਜਿਹੜੀ ਹੈ, ਫੋਨੈਟਿਕ ਹੈ ਤੇ ਜਿਵੇਂ ਅਰਥਾਤ ਜਿਵੇਂ ਬੋਲੀ ਜਾਂਦੀ ਹੈ, ਉਸੇ ਪ੍ਰਕਾਰ ਹੀ ਉਹ ਲਿਖੀ ਜਾਂਦੀ ਹੈ। ਅੰਗਰੇਜ਼ੀ ਤੇ ਫਰਾਂਸੀਸੀ ਇਹ ਉਸ ਤਰ੍ਹਾਂ ਨਹੀਂ ਹਨ। ਇਸ ਦਾ ਕਾਰਨ ਹੈ ਕਿ ਇਹਨਾਂ ਭਾਸ਼ਾਵਾਂ ਵਿੱਚ ਬਹੁਤ ਸਾਰੇ ਸ਼ਬਦ ਵਿਦੇਸ਼ੀ ਭਾਸ਼ਾਵਾਂ ਵਿੱਚੋਂ ਆਏ ਹੋਏ ਹਨ। ਉਹਨਾਂ ਦਾ ਉਚਾਰਨ ਇੰਗਲੈਂਡ ਵਿੱਚ ਉਸ ਪ੍ਰਕਾਰ ਨਹੀਂ ਹੁੰਦਾ ਜਿਵੇਂ ਹੋਰ ਲੋਕੀ ਕਰਦੇ ਨੇ। ਇਸ ਲਈ ਅੰਗਰੇਜ਼ੀ ਵਿੱਚ ਕਈ ਸ਼ਬਦ ਲਿਖੇ ਹੋਰ ਤਰ੍ਹਾਂ ਜਾਂਦੇ ਹਨ ਤੇ ਉਹਦਾ ਉਚਾਰਨ ਹੋਰ ਦਾ ਬੋਲੀ ਜਿਹੜੀ ਹੋਰ ਤਰ੍ਹਾਂ ਹੁੰਦੀ ਹੈ। ਜਿਵੇਂ ਨੌਲੇਜ ਲਿਖਿਆ ਕੇ ਨਾਲ ਜਾਂਦਾ ਹੈ, ਉਹਨੂੰ ਬੋਲਿਆ ਨੌਲੇਜ ਜਾਂਦਾ ਹੈ, ਸਾਇਲੈਂਟ ਕਹਿੰਦੇ ਹੈਗਾ। ਫਿਰ ਅਸੀਂ ਨੇਬਰ ਕਹਿੰਦੇ ਆ, ਉਹਦੇ 'ਚ ਫਿਰ ਲਾਈਟ ਕਹਿੰਦੇ ਆ, ਫਿਰ ਥਰੂ ਕਹਿੰਦੇ ਆ। ਇਹ ਸ਼ਬਦ ਏਦਾਂ ਦੇ ਹਨ ਜਿਹੜੇ ਲਿਖੇ ਹੋਰ ਢੰਗ ਨਾਲ ਜਾਂਦੇ ਨੇ ਤੇ ਬੋਲੇ ਹੋਰ ਢੰਗ ਦੇ ਨਾਲ ਜਾਂਦੇ ਹਨ। ਜਿਹੜੇ ਅੰਗਰੇਜ਼ ਆਪਣੀ ਭਾਸ਼ਾ ਨੂੰ ਜਿਵੇਂ ਲਿਖੀ ਹੈ ਉਵੇਂ ਬੋਲਣ ਦਾ ਯਤਨ ਵੀ ਕਰਦੇ ਆ, ਤਾਂ ਸਭ ਤੋਂ ਪਹਿਲਾਂ ਉਹਨਾਂ ਨੂੰ ਆਪਣੀ ਲਿਪੀ ਜਿਹੜੀ ਆ ਬਦਲਣੀ ਪਏਗੀ ਜਾਂ ਬਦਲਣੀ ਪੈਣੀ ਹੈ। ਲਿਪੀ ਨੂੰ ਬਦਲਣਗੇ ਤਾਂ ਜਾ ਕੇ ਇਹ ਭਾਸ਼ਾ ਬਦਲੀ ਜਾਂਦੀ ਹੈ। ਥੋੜਾ ਜਿਹਾ ਸੰਸਕ੍ਰਿਤ ਦੀ ਗੱਲ ਕਰੀਏ। ਹਿੰਦੁਸਤਾਨ ਦੀ ਆਰੀਆ ਭਾਸ਼ਾ ਸਭ ਤੋਂ ਪੁਰਾਣਾ ਰੂਪ ਰਿਗਵੇਦ ਦੇ ਵਿੱਚ ਮਿਲਦਾ ਹੈ। ਰਿਗਵੇਦ ਦੇ ਸਾਰੇ ਸੂਕਤ ਕਿਸੇ ਇੱਕ ਸਮੇਂ ਜਾਂ ਸਥਾਨ ਉੱਤੇ ਬੈਠ ਕੇ ਨਹੀਂ ਰਚੇ ਗਏ। ਰਿਗਵੇਦ ਦੀ ਗੱਲ ਕੀਤੀ ਹੈ। ਇਸ ਕਾਰਨ ਸਾਰੇ ਰਿਗਵੇਦ ਦੀ ਭਾਸ਼ਾ ਵੀ ਇੱਕੋ ਜਿਹੀ ਨਹੀਂ ਹੈ। ਵੈਦਿਕ ਭਾਸ਼ਾ ਭਾਰਤੀ ਯੂਰਪੀ ਭਾਸ਼ਾਵਾਂ ਨਾਲੋਂ ਕਈ ਗੱਲਾਂ 'ਚ ਵੱਖਰੀ ਹੈ। ਜਿਹੜੀ ਵੈਦਿਕ ਭਾਸ਼ਾ ਹੈ, ਵੈਦਿਕ ਭਾਸ਼ਾ 'ਚ 3 ਲਿੰਗ, 3 ਵਚਨ ਤੇ 8 ਕਾਰਕ ਹਨ। ਕਿਰਿਆ ਦੇ ਰੂਪ ਵੀ ਜ਼ਿਆਦਾ ਹਨ ਵੈਦਿਕ ਭਾਸ਼ਾ ਦੇ ਵਿੱਚ। ਬ੍ਰਾਹਮਣ ਗ੍ਰੰਥਾਂ ਦੇ ਅਖੀਰਲੇ ਭਾਗਾਂ 'ਚ ਉਪਨਿਸ਼ਦਾਂ ਦੇ ਸੂਤਰਾਂ ਵਿੱਚੋਂ ਸੰਸਕ੍ਰਿਤ ਨਾਲ ਮਿਲਦੀ ਜੁਲਦੀ ਭਾਸ਼ਾ ਜਿਹੜੀ ਹੈ ਉਹ ਵਰਤੀ ਗਈ ਮਿਲਦੀ ਹੈ। ਗੱਲ ਕੀ ਹੈ, ਅੱਗੇ ਪ੍ਰਕਿਰਤ ਭਾਸ਼ਾ ਹੈ, ਅੱਗੇ ਅਪਰੰਪਰਿਕ ਭਾਸ਼ਾ ਹੈ। ਮੈਂ ਹੁਣ ਸਮਾਂ ਜ਼ਿਆਦਾ ਨਾ ਲਵਾਂ, ਆਪਾਂ ਪੰਜਾਬੀ ਦੀ ਗੱਲ ਵਾਲੇ ਪਾਸੇ ਆ ਜਾਈਏ। ਪੰਜਾਬੀ ਸਿੰਧ ਨਦੀ ਤੋਂ ਲੈ ਕੇ, ਸਿੰਧ ਪਾਕਿਸਤਾਨ ਦੇ ਵਿੱਚ ਹੈ ਉਹ ਇਲਾਕਾ, ਅੰਬਾਲਾ ਜ਼ਿਲ੍ਹੇ ਤੱਕ ਜਿਹੜੀਆਂ ਬੋਲੀਆਂ ਵਰਤੀਆਂ ਜਾਂਦੀਆਂ ਸਨ, ਉਹਨਾਂ ਨੂੰ ਪੰਜਾਬੀ ਆਖਿਆ ਜਾਂਦਾ ਸੀ। ਜਿਹੜੀਆਂ ਬੋਲੀਆਂ ਸਿੰਧ ਤੋਂ ਲੈ ਕੇ ਅੰਬਾਲਾ ਤੱਕ ਬੋਲੀਆਂ ਜਾਂਦੀਆਂ ਸਨ। ਪੰਜਾਬੀ ਦੀਆਂ ਉਪਭਾਸ਼ਾ ਵਿੱਚ ਹਨ ਜਿਵੇਂ ਮਾਝੀ ਬੋਲੀ, ਮਲਵਈ ਬੋਲੀ, ਦੁਆਬੀ ਬੋਲੀ, ਪੁਆਧੀ ਬੋਲੀ, ਲਹਿੰਦੀ ਬੋਲੀ, ਪਹਾੜੀ ਬੋਲੀ, ਜਿਹਨੂੰ ਡੋਗਰੀ ਬੋਲੀ ਵੀ ਕਿਹਾ ਜਾਂਦਾ ਹੈ। ਇਹ ਪੰਜਾਬੀ ਦੀਆਂ ਸਾਰੇ ਮੂਲ ਸਰੂਪ ਹਨ, ਪੰਜਾਬੀ ਭਾਸ਼ਾ ਦੇ ਰੂਪ ਹਨ। ਪੰਜਾਬੀ ਬੋਲੀ ਦੇ ਭਾਸ਼ਾ ਵਿਗਿਆਨਕ ਦੇ ਉਹਨਾਂ ਨੇ ਜਿਹੜੇ ਵਿਸ਼ਲੇਸ਼ਣ ਕੀਤੇ ਤਾਂ ਇਹ ਸਿੱਧ ਹੋ ਜਾਂਦਾ ਹੈ ਕਿ ਪੰਜਾਬੀ ਬੋਲੀ ਹਿੰਦੀ ਆਦਿਕ ਭਾਸ਼ਾ ਨਾਲੋਂ ਸੰਸਕ੍ਰਿਤ ਦੇ ਜ਼ਿਆਦਾ ਨੇੜੇ ਹੈ। ਹਿੰਦੀ ਨਾਲੋਂ ਸੰਸਕ੍ਰਿਤ ਦੇ ਜ਼ਿਆਦਾ ਨੇੜੇ ਹੈ, ਜਿਹੜੀ ਵਿਦਵਾਨਾਂ ਨੇ ਜਿਹੜੀ ਖੋਜ ਕੀਤੀ ਹੈ। ਪੰਜਾਬੀ 'ਚ ਰਚੀਆਂ ਗਈਆਂ ਲੋਕ ਵਾਰਾਂ ਦੇ ਮੁੱਢਲੇ ਸਰੂਪ ਵਿੱਚ ਕਾਫੀ ਮਹੱਤਵਪੂਰਨ ਜਾਣਕਾਰੀ ਸਾਨੂੰ ਦੇ ਦਿੰਦੀਆਂ ਹਨ, ਜਿਹੜੀਆਂ ਲੋਕ ਵਾਰਾਂ 'ਚ ਗਈਆਂ ਗਈਆਂ। ਜਿਸ ਤਰ੍ਹਾਂ ਨਾਥ ਜੋਗੀਆਂ ਦੁਆਰਾ ਰਚਿਆ ਗਿਆ ਸਾਹਿਤ ਭਾਸ਼ਾ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਬੜਾ ਮਹੱਤਵਪੂਰਨ ਹੈ। ਜਿਹੜਾ ਨਾਥ ਜੋਗੀਆਂ ਵੱਲੋਂ ਰਚਿਆ ਸਾਹਿਤ ਹੈ। ਕਾਵਿ ਰੂੜੀਆਂ, ਇਸ ਸਾਹਿਤ ਦੀਆਂ ਜਿਹੜੀਆਂ ਕਾਵਿ ਰੂੜੀਆਂ ਨੂੰ ਭਗਤੀ ਧਾਰਾ ਦੇ ਅਧਿਆਤਮਕ ਕਵੀਆਂ ਨੇ ਬੜੇ ਅੱਗੇ ਵਧੀਆ ਢੰਗ ਨਾਲ ਵਰਤਿਆ ਹੈ। 12ਵੀਂ 13ਵੀਂ ਸਦੀ ਦੇ ਵਿੱਚ ਪੰਜਾਬ ਵਿੱਚ ਸ਼ੇਖ ਫਰੀਦ ਪੰਜਾਬੀ ਸਾਹਿਤ ਦੀ ਇੱਕ ਗੌਰਵਮਈ ਜਾਂ ਬਹੁਤ ਕਹਿ ਸਕਦਾ ਮਾਣ ਵਾਲੀ ਉਪਲਬਧੀ ਹੈ, ਜੋ ਸ਼ੇਖ ਫਰੀਦ ਜੀ ਨੇ ਪੰਜਾਬੀ ਨੂੰ ਵਰਤਿਆ ਹੈ। ਉਹਨਾਂ ਨੇ ਪੰਜਾਬੀ ਵਿੱਚ ਕਾਵਿ ਕਲਾ ਦੇ ਐਸੇ ਬੁਨਿਆਦੀ ਸਿਧਾਂਤਾਂ ਦਾ ਨਿਰਮਾਣ ਕੀਤਾ ਹੈ ਤੇ ਜਿਹੜੀ ਪੰਜਾਬੀ ਸੂਫੀ ਕਾਵਿ-ਧਾਰਾ ਤੇ ਭਗਤੀ ਕਾਵਿ-ਧਾਰਾ ਨੂੰ ਉਸ ਤੋਂ ਕਾਫੀ ਕੁਝ ਗ੍ਰਹਿਣ ਕੀਤਾ ਹੈ। ਪੰਜਾਬੀ ਸੂਫੀ ਕਾਵਿ-ਧਾਰਾ ਤੇ ਭਗਤੀ ਕਾਵਿ-ਧਾਰਾ ਨੇ ਉਸ ਬੋਲੀ ਤੋਂ ਜਿਹੜੀ ਇਹ
13ਵੀਂ 14ਵੀਂ ਸਦੀ ਦੇ ਵਿੱਚ ਬੋਲੀ ਜਾਂਦੀ ਸੀ, ਉਹ 'ਚ ਬਹੁਤ ਕੁਛ ਲਿਆ। ਪੰਜਾਬੀ ਭਾਸ਼ਾ ਦਾ ਵਿਕਾਸ 1000 ਈਸਵੀ ਤੋਂ ਮੰਨਿਆ ਜਾਂਦਾ ਹੈ। ਤਕਰੀਬਨ ਆਪ ਅੰਦਾਜ਼ਾ ਲਾ ਲਓ ਵੀ 1000 1100 1000 ਕਿੰਨੇ ਸਾਲ ਪੁਰਾਣੀ ਇਹ ਬੋਲੀ ਬਣ ਜਾਂਦੀ ਹੈ। ਪਰ ਇਹ ਵਿਕਾਸ ਇੱਕਦਮ ਹੋਇਆ ਨਹੀਂ। ਭਾਸ਼ਾਈ ਵਿਕਾਸ ਦੀ ਪ੍ਰਕਿਰਿਆ ਜਿਹੜੀ ਹੈ, ਇਹ ਸੈਂਕੜੇ ਸਾਲਾਂ ਦੇ ਵਿੱਚ ਫੈਲੀ ਹੁੰਦੀ ਹੈ। ਵਿਕਾਸ ਦੀ ਪ੍ਰਕਿਰਿਆ ਭਾਵੇਂ ਹਰ ਵੇਲੇ ਹੀ ਚੱਲਦੀ ਰਹਿੰਦੀ ਹੈ ਜਾਂ ਗਤੀਸ਼ੀਲ ਰਹਿੰਦੀ ਹੈ, ਪਰ ਇਸ ਦੀ ਰਫ਼ਤਾਰ ਇੰਨੀ ਹੌਲੀ ਹੁੰਦੀ ਹੈ ਕਿ ਉਹ ਭਾਸ਼ਾ ਦੇ ਪ੍ਰਵੇਸ਼ ਵਿੱਚ ਰਹਿਣ ਵਾਲੇ ਲੋਕਾਂ ਨੂੰ ਇਹ ਪਤਾ ਹੀ ਨਹੀਂ ਹੁੰਦਾ ਕਿ ਉਹਨਾਂ ਦੀ ਭਾਸ਼ਾ ਵਿੱਚ ਬਦਲ ਜਾਂ ਕੋਈ ਉਹਨਾਂ ਦੀ ਭਾਸ਼ਾ ਕੋਈ ਤਰੱਕੀ ਵੀ ਕਰ ਰਹੀ ਹੈ। ਪੰਜਾਬੀ ਭਾਸ਼ਾ ਦੇ ਵਿਕਾਸ ਵਿੱਚ ਜਿਹੜੀਆਂ ਤਬਦੀਲੀਆਂ ਆਈਆਂ, ਉਸਦੇ ਵੇਖਣ ਲਈ ਸਾਨੂੰ ਜੇ ਪੜਾਅ ਨੂੰ ਦੇਖੀਏ ਤਾਂ ਸਭ ਤੋਂ ਪਹਿਲਾਂ ਮੁੱਢਲਾ ਦੌਰ ਆਉਂਦਾ ਨਾਥ ਸਾਹਿਤ ਦਾ, ਜੋਗ ਸਾਹਿਤ। ਫਿਰ ਉਸ ਤੋਂ ਬਾਅਦ ਆਉਂਦਾ ਲੋਕ ਵਾਰਾਂ ਤੇ ਸ਼ੇਖ ਫਰੀਦ 1400 ਈਸਵੀ ਤੱਕ ਦਾ ਸਾਹਿਤ ਜਿਹੜਾ ਆਉਂਦਾ ਹੈ। ਉਸ ਤੋਂ ਅੱਗੇ ਫਿਰ ਵਿਕਾਸ ਦਾ ਦੌਰ ਆਉਂਦਾ ਹੈ, ਉਹ 1401 ਤੋਂ ਲੈ ਕੇ 1700 ਤੱਕ ਦਾ ਬਣਦਾ ਹੈ, ਜਿਹਨੂੰ ਗੁਰਬਾਣੀ, ਸੂਫ ਕਾਵਿ, ਕਿੱਸਾ ਕਾਵਿ ਵੀ ਕਿਹਾ ਜਾਂਦਾ ਹੈ। ਗੁਰਬਾਣੀ ਜਿਹੜੀ ਵੱਖਰੀ ਤੇ ਸੂਫੀ ਕਾਵਿ ਤੇ ਕਿੱਸਾ ਕਾਵਿ ਜਿਹੜਾ ਹੈ ਉਹ ਵੀ ਜਿਹਦੇ 'ਚ ਬੁੱਲੇ ਸ਼ਾਹ ਤੇ ਹੋਰ ਸ਼ਾਹ ਹੁਸੈਨ ਤੇ ਹੋਰ ਸੂਫੀਆਂ ਦੀਆਂ ਜਿਹੜੀਆਂ ਰਚਨਾਵਾਂ ਵੀ ਸਾਨੂੰ ਮਿਲਦੀਆਂ ਹਨ। ਪਰ ਪ੍ਰਕਿਰਤਾ ਦਾ ਦੌਰ ਜਿਹੜਾ ਪੰਜਾਬੀ ਭਾਸ਼ਾ ਦਾ ਆਉਂਦਾ, ਉਹ 1701 ਤੋਂ ਲੈ ਕੇ 1850 ਦੀ ਈਸਵੀ ਦਾ ਬਣਦਾ ਹੈ। ਇਹ 'ਚ ਸੂਫੀ ਕਾਵਿ, ਕਿੱਸਾ ਕਾਵਿ ਤੇ ਵਾਰਤਕ ਜਿਹੜੇ ਹਨ, ਇਹਨਾਂ ਨੇ ਕਾਫੀ ਆਪਣਾ ਹਿੱਸਾ ਜਿਹੜਾ ਯੋਗਦਾਨ ਪਾਇਆ ਹੈ। ਜਿਹੜਾ ਹੁਣ ਪੰਜਾਬੀ ਦਾ ਮੌਜੂਦਾ ਸਰੂਪ ਹੈ, ਇਹ 1851 ਤੋਂ ਬਾਅਦ ਦਾ ਜਿਹੜਾ ਥੋੜਾ ਜਿਹਾ ਬਦਲਿਆ ਸਰੂਪ ਮਿਲਦਾ ਹੈ। ਇਹ 'ਚ ਆਧੁਨਿਕ ਕਾਵਿ ਹੈ, ਇਹਦੇ 'ਚ ਨਾਟਕ ਹਨ, ਇਹ 'ਚ ਵਾਰਤਕ ਹਨ। ਇਸ ਸਾਹਿਤ ਦੇ ਵਿੱਚ ਕਈ ਸੌ ਸਾਨੂੰ ਪੰਜਾਬੀ ਸਾਹਿਤ ਵਿੱਚ ਮਿਲ ਜਾਂਦਾ ਹੈ। ਤਾਂ ਅੱਜ ਦੀ ਹੁਣ ਮੈਂ ਕਹਿ ਸਕਦਾ ਹਾਂ ਕਿ ਅੱਜ ਦੀ ਪੰਜਾਬੀ ਭਾਸ਼ਾ ਇੱਕ ਵਿਸ਼ਵ ਗਲੋਬਲ ਚਰਿੱਤਰ ਜਿਹੜਾ ਹੈ ਉਹ ਬਣਾ ਕੇ ਉਹਨੇ ਅਖਤਿਆਰ ਕਰ ਲਿਆ ਹੈ। ਪਿਛਲੇ ਤਕਰੀਬਨ 50 ਸਾਲਾਂ ਤੋਂ ਪੰਜਾਬੀ ਜਾ ਕੇ ਵਿਕਸਿਤ ਦੇਸ਼ਾਂ ਦੇ ਵਿੱਚ, ਡਿਵੈਲਪਡ ਕੰਟਰੀਜ਼ ਦੇ ਵਿੱਚ ਜਾ ਕੇ ਵਸ ਗਏ, ਜਿਸ ਕਰਕੇ ਪੰਜਾਬੀ ਵਿੱਚ ਹੋਰ ਬੜੇ ਸ਼ਬਦ ਨਵੇਂ ਵੀ ਆ ਗਏ। ਉੱਥੇ ਅੰਗਰੇਜ਼ੀ ਤੇ ਹੋਰ ਯੂਰਪੀ ਭਾਸ਼ਾ ਵਿੱਚ ਵੀ ਪੰਜਾਬੀ ਦੇ ਕਾਫੀ ਸ਼ਬਦ ਜਿਹੜੇ ਸਨ ਉਹ ਵੀ ਪ੍ਰਵੇਸ਼ ਕੀਤੇ। ਪੰਜਾਬੀ ਦੇ ਵਿੱਚ ਅੰਗਰੇਜ਼ੀ ਦੇ ਸ਼ਬਦ ਵੀ ਬਹੁਤ ਸਾਰੇ ਜਿਹੜੇ ਸਨ ਉਹ ਆ ਕੇ ਪ੍ਰਵੇਸ਼ ਕਰ ਗਏ, ਕਿਉਂਕਿ ਉੱਥੋਂ ਦੀ ਬੋਲੀ ਦਾ ਅਸਰ ਜਿਹੜਾ ਹੈ ਉਹ ਬੋਲੀਆਂ ਦੇ ਉੱਤੇ ਪੈ ਜਾਂਦਾ ਹੈ। ਸਾਡੀ ਬੋਲੀ ਦਾ ਅਸਰ ਵੀ ਦੂਜੇ ਅਸਰ ਦੇ ਬੋਲੀ ਦੇ ਉੱਤੇ ਪੈ ਜਾਂਦਾ ਹੈ। ਭਾਵੇਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਈਏ, ਅਸੀਂ ਬਹੁਤ ਸਾਰੇ ਐਸੇ ਸ਼ਬਦ ਹਨ ਜਿਹੜੇ ਅੰਗਰੇਜ਼ੀ ਦੇ ਆਮ ਬੋਲੀ ਵਿੱਚ ਗੱਲਬਾਤ ਕਰਦਿਆਂ ਹੋਇਆਂ ਵੀ ਰੋਜ਼ ਇਸਤੇਮਾਲ ਕਰਦੇ ਹਾਂ, ਇਸ ਨੂੰ ਵਰਤ ਲੈਂਦੇ ਹਾਂ, ਵਰਤੇ ਹੀ ਜਾਂਦੇ ਹਨ। ਤੋ ਜਿਵੇਂ ਅਸੀਂ ਟੇਬਲ ਕਹਿ ਦਿੰਦੇ ਹਾਂ, ਹਾਲਾਂਕਿ ਮੇਜ਼ ਕਹਿਣਾ ਚਾਹੀਦਾ ਸੀ, ਲੇਕਿਨ ਅਸੀਂ ਟੇਬਲ ਕਹਿੰਦੇ ਹਾਂ। ਇਸ ਤਰ੍ਹਾਂ ਹੋਰ ਬਹੁਤ ਸਾਰੇ ਸ਼ਬਦ ਐਸੇ ਹਨ ਜਿਹੜੇ ਅਸੀਂ ਦੂਜੀ ਬੋਲੀਆਂ ਨੂੰ ਪੰਜਾਬੀ ਭਾਸ਼ਾ ਦੇ ਬੋਲੀ ਦੇ ਸ਼ਬਦਾਂ ਵਾਂਗੂ ਹੀ ਬੋਲਿਆ ਜਾਣ ਲੱਗ ਪਿਆ ਹੈ। ਪੰਜਾਬੀ ਭਾਸ਼ਾ ਜਿਹੜੀ ਹੈ ਹੁਣ ਸੰਸਾਰ ਦੀਆਂ ਡਿਵੈਲਪਡ ਭਾਸ਼ਾ ਦੇ ਵਿੱਚ ਗਿਣੀ ਜਾਂਦੀ ਹੈ। ਪੰਜਾਬ ਭਾਸ਼ਾ ਦੇ ਵਿੱਚ ਜਿਹੜੇ ਬੋਲਣ ਵਾਲੇ ਲੋਕੀ ਨੇ, ਇਹਨਾਂ ਦਾ ਤਕਰੀਬਨ 10ਵਾਂ ਜਾਂ 11ਵਾਂ ਸਥਾਨ ਸੰਸਾਰ ਦੇ ਵਿੱਚ ਬਣਦਾ ਹੈ ਪੰਜਾਬੀ ਭਾਸ਼ਾ ਦਾ, ਜਿਹੜੇ ਬੋਲਣ ਵਾਲੇ ਲੋਕੀ ਹਨ। ਪੰਜਾਬੀ ਭਾਸ਼ਾ ਦਾ ਜਿਹੜਾ ਸਰੂਪ, ਪ੍ਰਬੰਧ, ਚਰਿੱਤਰ, ਇਹ ਬਹੁਤ ਤੇਜ਼ੀ ਦੇ ਨਾਲ ਵਿਕਾਸ ਹੋਇਆ ਤੇ ਵਿਕਾਸ ਕਰ ਰਿਹਾ ਹੈ। ਆਪਾਂ ਕੋਸ਼ਿਸ਼ ਕਰੀਏ, ਭਾਵੇਂ ਜਿੱਥੇ ਮਰਜ਼ੀ ਰਹੀਏ, ਮਾਂ ਬੋਲੀ ਹੈ। ਪੰਜਾਬੀ ਪੜ੍ਹੀਏ, ਪੰਜਾਬੀ ਲਿਖੀਏ, ਪੰਜਾਬੀ ਸੁਣੀਏ, ਪੰਜਾਬੀ ਸਮਝੀਏ, ਤਦ ਕਿ ਇਸ ਭਾਸ਼ਾ ਵਿੱਚ ਲਿਖੀ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਾਠ ਨੂੰ, ਗੁਰਬਾਣੀ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਸਕੀਏ। ਇਸ ਅੰਤਰਰਾਸ਼ਟਰੀ ਮਾਂ ਬੋਲੀ ਦੇ ਉੱਤੇ ਪੰਜਾਬੀ ਦੀ ਆਪਾਂ ਇਹ ਗੱਲ ਕਰੀਏ ਕਿ ਅਸੀਂ ਆਪਣੀ ਮਾਂ ਬੋਲੀ ਦੇ ਨਾਲ ਪਿਆਰ ਕਰਾਂਗੇ, ਆਪਣੀ ਮਾਂ ਬੋਲੀ ਨੂੰ ਆਪਣੇ ਬੱਚਿਆਂ ਤੱਕ ਲੈ ਕੇ ਜਾਈਏ, ਰਹੀਏ ਜਿੱਥੇ ਮਰਜ਼ੀ, ਲੇਕਿਨ ਮਾਂ ਨੂੰ ਮਾਂ ਰੱਖੀਏ, ਮਾਸੀ ਨੂੰ ਮਾਂ ਨਾ ਬਣਾਈਏ। ਅਗਰ ਮਾਸੀ ਮਾਂ ਬਣ ਗਈ ਤਾਂ ਮਾਂ ਦਾ ਪਿਆਰ ਨਹੀਂ ਮਿਲੇਗਾ। ਇਹ ਮੇਰੀ ਬੇਨਤੀ ਹੈ ਕਿ ਆਪਣੀ ਮਾਂ ਨੂੰ, ਪੰਜਾਬੀ ਨੂੰ, ਪੰਜਾਬੀ ਬੋਲੀ ਨੂੰ ਬਣਦਾ ਸਤਿਕਾਰ ਦਈਏ ਜੀ। ਭੁੱਲ ਚੁੱਕ ਦੀ ਖਿਮਾ, ਇੱਥੇ ਸਮਾਪਤੀ ਕਰ ਰਹੇ ਹਾਂ ਪਿਆਰ ਸਹਿਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।